ਵਾਹਿਗੁਰੂ ਸਾਹਿਬ ਜੀਓ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ है भी सच नानक होसी भी सच। गुरु नानक अंगद गुरु अमरदास पदबंद रामदास अर्जन गुरु बर श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानक भगत वैराग। गुरु ग्रंथ साहिब उदद बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। मुकूच रह शास्त्र खट पिंग गिरन चढ़ जाए। अंध लखै बदरो सुनै जो काल कृपा कराए। कहाँ बुद्ध प्रभ तुच्छ हमारे वरण सकै महिमा जो तिहारी। हम ना सकत कर सिफत तुम्हारी आप लिहो तुम कथा सुधारी। सो कहो टल गुर सेविय अहनिस सहज सुभाए। दर्शन परसे गुरु कै जन्म मरण दुख। दर्शन परसे गुरु कै जन्म मरण दुख जा। सतनाम श्री वाहिगुरु साहिब जीओ। सोहे महला चौथा। हर पहलड़े लाओ फिर वरते कर्म दृढ़ाया बलराम जियो। बाणी ब्रह्मा वेद धर्म दृढ़ाओ पाप जाया बलराम जियो। धर्म दृढ़ो हर नाम ते आवो सिमरत नाम दृढ़ाया। सतगुर गुर पूरा आराधो सब किल विख पाप गवाया। सहज आनंद हुआ वड भागे मन हर हर मीठा लाया। जन कहे नानक लाभ पहले आरंभ काज रचाया। वाहिगुरु जी का खालसा वाहिगुरु जी की फतेह। परम सत्कारयोग गुरु साहिब जी की पावन पवित्र गोद विच सतसंगत गुरु की गोद है। सतगुरां दी सतसंगत रूपी गोद दे विच बैठ के सतगुरां दी अमृतमई बाणी का निग शांति रूप दे विच मान रहे हो। सब तो वड्डे भाग गुरसिखां दे इसे करके कहा सब तो वड्डे भाग गुरसिख। पार ब्रह्म हुआ सहाई कथा कीर्तन सुखदाई। कलयुग दे विच प्रधान कर्म जिहड़े ने ओह अपने हिस्से आए हुए हैं। अपने भागां दी शलाघा करिए। गुरु नानक दी रोम रोम करके उस्तत शलाघा नमस्कार करिए उस गुरु नूं जिन्हें कलयुगी जीवां ते तरस करके मनुखी जामे विच आके बाबे तारे चार चक नौ खंड पृथ्वी सचट चौथे जामे विच
ਅਜਿਹਾ ਕਰਤੱਵ ਕੀਤਾ, ਰਹਿੰਦੀ ਦੁਨੀਆ ਤੱਕ ਪਤੀ ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਲਈ ਭਰਪੂਰ ਗਿਆਨ ਬਖਸ਼ ਕੀਤਾ। ਸਮੁੰਦਰ ਹੀ ਰਚ ਦਿੱਤਾ ਹੈ। ਇਹ ਹੈ ਭਾਗਾਂ ਦੀ ਬਾਤ। ਜੋ ਕੁਛ ਭਾਗਾਂ ਵਿੱਚ ਹੈ ਉਹੀ ਮਿਲਦਾ ਹੈ, ਉਸ ਤੋਂ ਬਾਅਦ ਕੁਛ ਨਹੀਂ ਮਿਲਦਾ। ਮੈਂ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗਾ, ਤੁਸੀਂ ਹਰ ਰੋਜ਼ ਜਾਣ ਵਾਲਿਆਂ ਨੂੰ ਕਹਿੰਦੇ ਹੋ, ਪਰ ਮੈਂ ਸਹਿਮਤ ਨਹੀਂ ਹਾਂ ਇਸ ਗੱਲ ਨਾਲ। ਨਾ ਕਿਹਾ ਕਰੋ। ਕੋਈ ਕਿਸੇ ਦੇ ਕਰਮ ਨਹੀਂ ਲਾ ਸਕਦਾ। ਜਿਹਦੇ ਕਰਮਾਂ ਵਿੱਚ ਗਿਆਨ ਨਹੀਂ ਹੈ ਉਹ ਪ੍ਰਾਪਤ ਨਹੀਂ ਕਰੇਗਾ। ਇਹ ਗਿਆਨ ਹੈ। ਜਿਹੜੇ ਦੇ ਅਧਿਕਾਰੀ ਨੂੰ ਉਹ ਬਹੁਤ ਗਿਣਤੀ ਦੇ ਵਿੱਚ ਬੈਠੇ ਹੈ। ਜਿਸ ਦੇ ਕਰਮਾਂ ਵਿੱਚ ਨਹੀਂ, ਉਹਦੇ ਅੰਦਰ ਦੇ ਮਾੜੇ ਕਰਮ ਪ੍ਰੇਰ ਕੇ ਉਠਾ ਲੈਣਗੇ, ਨਹੀਂ ਤੂੰ ਨਹੀਂ ਇਹ ਕੰਮ ਕਰਨਾ। ਸਭ ਤੇ ਉੱਤਮ ਕਰਮ ਇਹੀ ਹੈ, ਸਿਧਾਂਤ ਹੈ, ਸਭ ਤੇ ਉੱਤਮ ਹਰ ਕੀ ਕਥਾ। ਫਿਰ ਇਹ ਉੱਤਮ ਕਰਮ ਵੀ ਤਾਂ ਚਾਹੀਦੇ ਹੈ ਇਹਦੇ ਵਾਸਤੇ। ਇਸ ਕਰਕੇ ਗੁਰੂ ਕਿਰਪਾ ਕਰੇ, ਕੋਈ ਆਏ ਮਿਲੇ ਗੋ ਗਾਹਕੀ, ਲੈ ਗੋ ਮਹਿਲੇ ਮੋਲ। ਸਰੋਤਾ ਇੱਕ ਵੀ ਬੈਠਾ ਹੋਵੇ, ਭਗਤੀ ਦੀ ਕਾਲਣਾ ਥਾਂ ਪੈ ਜਾਂਦੀ। ਸੁਰਤ ਟਿਕਾ ਕੇ ਸੁਣਨ ਵਾਲਾ ਹੋਵੇ। ਤੁਸੀਂ ਬੈਠੇ ਹੋ, ਬਹੁਤ ਗਿਣਤੀ ਬੈਠੇ ਹੋ, ਤੁਸੀਂ ਮਨ ਵਿਰਤੀ ਇਕਾਗਰ ਕਰੋ। ਗ੍ਰਸਤ ਮਾਰਗ ਦਾ ਉਪਦੇਸ਼ ਇੱਕ ਪ੍ਰਕਰਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਇਹ 4 ਆਸ਼ਰਮ ਜਿਹੜੇ ਕਥਨ ਕੀਤੇ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਬ੍ਰਹਮਚਾਰੀ ਆਸ਼ਰਮ ਹੈ। ਯਾਨੀ ਜਨਮ ਤੋਂ ਲੈ ਕੇ 25 ਵਰ੍ਹੇ ਤੱਕ ਬ੍ਰਹਮਚਰਜ ਰੱਖਣਾ, ਸ਼ਾਦੀ ਨਹੀਂ ਕਰਾਉਣੀ। ਕੀ ਕਰਨਾ? ਵਿਦਿਆ ਪੜ੍ਹਨੀ, ਤਕੜੇ ਹੋ ਕੇ ਵਿਦਿਆ ਪੜ੍ਹਨੀ, ਜਿਹੜੀ ਜੀਵਨ ਭਰ ਕੰਮ ਆਵੇ, ਜਿਹੜੀ ਤੁਹਾਡੇ ਪਰਿਵਾਰ ਦੇ ਬੱਚਿਆਂ ਦੇ ਕੰਮ ਆਵੇ। ਇਹ 25 ਵਰ੍ਹੇ ਤੋਂ ਬਾਅਦ ਸ਼ਾਦੀ ਕਰਾਉਣ ਦਾ ਵਿਧਾਨ, ਇਹ ਲਿਖਤ ਰੂਪ ਦੇ ਵਿੱਚੋਂ ਵਿਧਾਨ ਹੈ। ਮੈਂ ਉਹਦੀ ਗੱਲ ਕਰਦਾ। ਕਲਯੁਗ ਹੈ, ਅੱਜ ਵਿਧਾਨ ਨਹੀਂ ਛੱਡੇ ਕਲਯੁਗ ਨੇ। 25 ਵਰ੍ਹੇ ਤੋਂ ਲੈ ਕੇ 50 ਵਰ੍ਹੇ ਤੱਕ ਦੂਸਰਾ ਪੀਰੀਅਡ ਹੈ ਜਿਹੜਾ, ਇਹ ਦੂਸਰਾ ਆਸ਼ਰਮ ਹੈ। ਇਹਨੂੰ ਗ੍ਰਸਤ ਆਸ਼ਰਮ ਕਹਿੰਦੇ। 50 ਵਰ੍ਹੇ ਤੱਕ। ਔਰ ਵਿਧਾਨ ਹੈ ਕਿ ਸਾਰੀ ਉਮਰੇ ਚੱਖਾਂ ਨਹੀਂ ਮਾਰਨੀਆਂ। ਅਨਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤ ਆਵੈ। ਤ੍ਰਿਪਤੀ ਤਾਂ ਆਏਗੀ ਨਹੀਂ, ਖੱਪ ਖੱਪ ਮਰਨਾ। 50 ਵਰ੍ਹੇ ਤੋਂ ਬਾਅਦ ਇਸ ਕਿਰਿਆ ਦੀ ਲੋੜ ਨਹੀਂ। ਗੁਰੂ ਗੋਬਿੰਦ ਸਿੰਘ ਦਾ ਜੀਵਨ ਦੇਖੋ। 50 ਵਰ੍ਹੇ ਤੋਂ ਪਹਿਲਾਂ ਹੀ ਬ੍ਰਹਮਚਰਜ ਧਾਰਨ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਕਿਉਂ? ਅਸੀਂ ਸੁਣਦੇ ਹਾਂ ਪਰ ਮੰਨਦੇ ਨਹੀਂ। ਉਹਦੇ ਵਿੱਚ ਸੰਤਾਨ ਦੀ ਉਤਪਤੀ ਹੋ ਜਾਣੀ ਹੈ। ਸੰਤਾਨ ਨੂੰ ਪੈਰਾਂ ਤੇ ਖੜੇ ਕਰ ਦੇਣਾ ਹੈ। ਉਹਨਾਂ ਦੀ ਰੋਜੀ ਰੋਟੀ ਦਾ, ਉਹਨਾਂ ਦੇ ਵਿਆਹ ਸ਼ਾਦੀਆਂ ਦਾ ਸਾਰਾ ਕੰਮ 50 ਵਰ੍ਹੇ ਤੱਕ ਨਿਬੜ ਜਾਣਾ। ਅਰਫੁਨ ਬਰਸ 50 ਤੇ 50 ਵਰ੍ਹੇ ਤੋਂ 51 ਜਦੋਂ ਲੱਗ ਗਿਆ, ਫਿਰ ਗ੍ਰਸਤ ਦੇ ਧੰਦਿਆਂ ਵਿੱਚ ਬਹੁਤੀ ਲੱਤ ਅੜਾਉਣ ਦੀ ਲੋੜ ਨਹੀਂ। ਅਰਫੁਨ ਬਰਸ 50 ਤੇ ਤਜੈ ਸਰਬ ਜੰਜਾਲ। ਉਹ ਜੰਜਾਲ ਤਿਆਗਣੇ, ਵਿੱਚ ਰਹਿੰਦਾ ਹੋਇਆ ਤਿਆਗੀ ਬਣ ਜਾਣਾ, ਵਿੱਚ ਰਹਿੰਦਾ ਹੋਇਆ ਬਾਣਪ੍ਰਸਤੀ ਰਹਿ ਜਾਣਾ। ਉਦੋਂ ਬਾਅਦ ਕੀ ਕਰਨਾ ਹੈ? ਅਗਲੀ ਜ਼ਿੰਦਗੀ ਆਪਣੇ ਲਈ ਜੀਣੀ ਹੈ, ਜਿਹਦੇ ਲਈ ਸੰਸਾਰ ਵਿੱਚ ਹੈ। ਉਹ ਆਰੰਭ ਕਰਨੀ, ਸ਼ੁਰੂ ਤੋਂ ਹੀ ਕਰ ਲੈਣੀ ਹੈ, ਪਹਿਲਾਂ ਤੋਂ, ਪਰ ਪੱਕੇ ਤੌਰ ਤੇ ਮਨ ਕਰਕੇ ਫਿਰ ਬੱਚਿਆਂ ਨੂੰ ਸਭ ਕੁਝ ਸੰਭਾਲ ਕੇ ਆਪ ਉਧਰੋਂ ਆਪਣੇ ਦਿਮਾਗ ਨੂੰ ਬਿਜ਼ਨਸ ਤੋਂ, ਨੌਕਰੀ ਤੋਂ, ਵਣਜ ਤੋਂ, ਵਪਾਰ ਤੋਂ ਵਿਹਲਾ ਕਰਕੇ ਨਾ, ਫਿਰ ਵਣਜ ਕਰੋ ਵਣਜਾਰੇ, ਉਹ ਵੱਖਰ ਲਿਓ ਸੰਭਾਲ, ਫਿਰ ਅਗਲਾ ਵਣਜ ਸ਼ੁਰੂ ਕਰ ਲੈਣਾ। 50 ਵਰ੍ਹੇ ਤੋਂ ਲੈ ਕੇ 75 ਵਰ੍ਹੇ ਤੱਕ 25 ਸਾਲ ਜਿਹੜੇ ਨੇ ਰੱਜ ਕੇ ਨਾਮ ਦੀ ਕਮਾਈ ਇੰਨੀ ਕਰਨੀ ਹੈ ਕਿ ਇਹਨਾਂ 25 ਵਰ੍ਹਿਆਂ ਦੇ ਅੰਦਰ ਬ੍ਰਹਮ ਗਿਆਨ ਦਾ ਦਰਵਾਜ਼ਾ ਖੁੱਲ ਜਾਏ ਤੇ ਇਸੇ ਮਨੁੱਖਾ ਸਰੀਰ 'ਚ ਵਾਹਿਗੁਰੂ ਦੀ ਪ੍ਰਾਪਤੀ ਹੋ। 25 ਵਰ੍ਹੇ ਤੋਂ ਬਾਅਦ ਜਿਹੜੀ ਜ਼ਿੰਦਗੀ ਬਚੀ ਹੈ ਉਹਨੂੰ ਕਹਿੰਦੇ ਨੇ ਸੰਨਿਆਸ। ਬਾਨਪ੍ਰਸਤੀ
जंगल दे विच जाके निवास करना गुरु नानक दे घर च नहीं है यह विधान कि जंगल में चले जाओ। काहे रे वन खोजन जाई, इत्थे की है अपने घर नूं ही जंगल समझ के उहदे विच निवास करते रहना। मन करके टुट जाना है, शरीर करके बच्चों दे नाल जुड़े रहो। ते थोड़ा बहुत कीते बच्चों नूं लोड़ है राय दे दिओ, पर फिर बहुत दखल नहीं देना। 75 वरे तो बाद तां फिर दखल देना भी बंद कर दिओ। धक्के ते दिओगे तां आवाज़ां बेसुरियां सुनोगे कि बापू जी बह जा, तैनूं की पता बुढ़ा हो गया, तेरा दिमाग नहीं काम करता, ये नवीं दुनिया हुण सानूं तूं ना बाहली गल करिया कर, की लोड़ है अपमान कराउण दी, बंद कर दिओ। बच्चे नूं लोड़ होवे आवे दिओगे, अपनी जिंदगी का तजर्बा उन्हां नूं करना नहीं देना, अपने लिए जीना। फिर दिन राती फिर दिन राती आराधो प्यारो निमख ना कीजा ढीला, फिर सास सास सिमरो गोबिंद मन अंतर की उतरे। ये 4 आश्रम ते इसी तरह इन्हां दे विच 4 आश्रमां दे विच गृहस्थ नूं प्रधानता दिती है। भाई साहब की रचना आप जी पढ़ते सुनते रहते हो, क्योंकि गृहस्थ मार्ग दियां ही लावां ने जिहड़ियां जिहदी विचार हो रही है। अंतरीब भी है, बात भी है। ते भाई साहब ने मेरे लिए होर सौखा कर दिता कि कल नूं भी यही कथा होवे, ज़्यादा वधिया होगी गल, होर भी आपां इहनूं खुल के विचार सकते। भाई साहब कहते जैसे सर सरता सकल में समुंदर वड्डो, 999 नदियां जिहड़ियां इन्हां दे च समुंदर सारियां तो वड्डा है। ते विद्वानां दी कचहरी विच एक किसी बादशाह ने सवाल किया सी, उन्हें पूछा सी जी मेरा सवाल है कि समुंदर वड्डा क्यों है। मसला हल नहीं होया विद्वानां तो। बादशाह बड़ा विद्वान सी खुद, जे गुरु गोबिंद सिंह आप विद्वान सी तां 52 कवि रखे हुए सी। बादशाह विद्वान सी। कहन लगे बादशाह इस करके वही पानी बहुत है, कहते नहीं। किसी ने कहा जी हीरे बहुत तां बड़ा नहीं। आखिर दे विच कहंदे जी हुण तुसीं दसो समुंदर बड़ा किवें है। वो कहंदा भी ओहदा बड़प्पन इस गल विच है भी सारे संसार दीआं नदियां ओहदे च पैंदियां ते पानी वधदा नहीं, ते बड़वा अग्नि उहनूं फूकदी रहिंदी है ते ओह घटदा नहीं। जिहड़ा वधे यार घटे ना वो सारियां तो वड्डा ही हुंदा है। परमात्मा इस करके सब तो वड्डा भी ओहदे च बाध घाट नहीं। जिमीं जमान के विखे समस्त एक जोत है, ना घाट है ना बाढ़ है ना घाट बाढ़, वो समुंदर वर्गा था। इस करके समुंदर सारियां नदियां तो बड़ा। जैसे सर सरता सकल में समुंदर बड़ो, मेर में समेर बड़ो जगत बखान है। समेर पर्वत सारा सोने का सारे तो बड़ा मन्ने पर्वतां दी। उदयाचल, अस्ताचल, मंदराचल, बिंदियाचल ते समेर पर्वत, ये 5 पर्वत ने संसार के बड़े, उन्होंने समेर सब तो बड़ा है। जैसे सर सरता सकल में समुंदर बड़ो, मेर में समेर बड़ो जगत बखान है। अगे कहते तरवर विखे जैसे चंदन विरख बड़ो। 18 भार बनस्पति भी कहते चंदन सारियां तो बड़ा है। 52 कुंगल का आकार है जिहड़ा असली चंदन है। 52 चंदन, भार 18 में चंदन उत्तम। कबीर चंदन का बिरवा भला, बेड़ियों टाक पलास, कोई भी चंदन होए रे बसी, उहदी महंत है। तरवर विखे जैसे चंदन विरख वड्डो, धात में कनक अत उत्तम के मान है। 8 धातां ही सोना सब तो की बीती। ये प्रमाण दे रहे हैं भाई साहब, गल उन्होंने गृहस्थी करनी है। फिर कहते पंछियों में हंस, सारे पंछियों के हंस है जिहड़ा सारियां तो बड़ा है, इहदी महानता है, राजा है। पंछियों में हंस, मिर्गराजन में सारदूल, जिहड़ा सारदूल है ना, है तो ये
शेर दी किस्मां बाकी सारियां, इहदी तां एक बखरी किस्म की व्याख्या है। शार्दुल सारियां तो बड़ा शक्ति वाला शेर है। मैं जिंदगी एक बार देखा, सिर्फ एक बार। तुहाडे विचों शायद किसी ने देखा होवे, पर मैनू वो दृश्य कदे भुल नहीं सकता। वो अजफाकिया एक चिड़िया घर दे विच सी ते मेरे तो पहला उत्थे एक सज्जन वो देखण वास्ते खड़ा सी, कतार विच पिछे साडा जथा खड़ा सी ते शेर दी उस वेले पिठ सी शार्दुल दी। जदों घूम के ना इस तरह घुमा के ना सारा चेहरा ही इधर नूं कीता है, वो जिहड़ा मूहरे भाई खड़ा सी वो डिग पिया देख के शेर नूं, हालांकि पिंजरे दे विच सी। एडी बड़ी उहदा प्रभाव है। पंछियन में हंस, मृगराज में शार्दुल, रागन में श्री राग। पारस पखान है, पत्थरां दे जिहड़ा पारस है उहदी महानता बड़ी है। हुण अगली गल भाई साहब जी रिजल्ट की कहंदे ने, कहंदे ज्ञानन में ज्ञान और ध्यानन में ध्यान गुर, सकल धर्म में गृहस्थ प्रधान। जिवें यह चीज़ां बड़ियां गृहस्थ सारे सिद्ध दुआले हुंदे ने गुरु नानक साहब दे। आखे जी तुसी गृहस्थी हो, तुसी किस तरह नाले साधां वाला बाणा पाया ते नाले गृहस्थी हो। ते महाराज कहंदे ने समझ करो, ना बेइंसाफी करो समाज नाल ते ना अपने आल नाल करो। पहली तो लगी भी इस गरीब देश दे विच टोलियां दे टोले तुसी बेलणा दे पैदा कर ले। ये हथ किरत करन वास्ते दित्ते, मैं खुद किरत करदा हाँ, खेती करदा, नौकरी कीती है, बनज कीता है, लोकां वांगू नहीं सी पर कीता तां है। तुसी बेलड़ लोकां दे सिर ते भार बने बैठे हो। सिद्ध शब बैठे पर्वती, कौन जगत को पार उतार। नाम जपो, उपदेश दिओ, जो होर नहीं कुछ करना, कुछ तां करो, तुसीं तां वेले बैठे। रही गल गृहस्थी, महाराज साहिब कहंदे सो गृही जो निग्रह करे, जाप तप संजम पीखिया करे। पुण्य दान का करे शरीर, सो गृही गंगा का लीर। मेरे गुरसिख नूं गृहस्थी नूं गंगा जाण दी लोड़ नहीं, असीं खुद ही गृहस्थी नूं गंगा बना देना है। लोकी ओहदा सहारा लैण, इन्ना पवित्र होवे गृहस्थी। बोले ईश्वर सतस्वरूप, परम तंथ में रेख न रूप। ये रामकली सिद्ध गोष्ठ की बाणी दे अंदर, रामकली दी 12 दे अंदर बड़े शब्द सिद्धां दे नाल हजूर सच्चे पातशाह भरमण करदे करदे एक जगह जांदे है। उत्थे दा राजा सी कौल नाल, इतिहास विच उहदा जिक्र है। गुरु नानक दी शरणागत होया, कहण लग्या गरीब नवाज तुहाडे दर्शन करके मन नूं शांति हुई है, पर एक सवाल पैदा हो गया है कि गृहस्थी तां छोटे जे गृहस्थ वाला जिहड़ा वो अपने जालां च फसिया रहिंदा है। मैं तां लखां गृहस्थियां दा बड़ा गृहस्थी हाँ, क्योंकि मैं सारी सल्तनत दा बादशाह हाँ। मैं सुनिया तपों राज राजों नरक हो जाता है। मेरा भी भला हो सकता, तुसीं गृहस्थियां दा भला कर दे, मैं तो बड़ा गृहस्थी। मारे कहंदे हाँ राजन सुन, मूल गृहस्थ जिहड़ा है ना, मूल बिटप को गृहस्थ पछानो। बिरश जिहड़ा ओहदियां जड़ां जिहड़ियां ना, ओहदा मुੱਢ जिहड़ा है वो बड़ा आदरणीय है। ओहदा मुੱਢ है बिरश दा, तां उपर हरा है। मूल बिटप को गृहस्थ पछानो। गृहस्थ रूपी जिहड़ा बिरश है, इहदा मुੱਢ संसार दा मुੱਢ गृहस्थ है। मूल बिटप को गृहस्थ पछानो, आश्रम अपर जे शाखा मानो। या को लखो उदत समाना, मुक्त आतस निकस सैनाना। ये गृहस्थ दे विचों कबीर वाले मोती, रविदास जी वर्गे मोती, बड़े बड़े भगत महाराजे जनक वर्गे, प्रहलाद वर्गे, ये मोती गृहस्थ जो निकले। कोई ऊपर तो आकाश तो टप गया नहीं, कोई बिरशां तो लग गया नहीं। ये गृहस्थ की महानता है। हाँ एक निजम है राजन, जे तू अपना भला चाहना, गुरु नानक साहब कहते
की करना है? वंड खाए और नाम जपोई। गृहस्थी वो हुंदा है वंड के खावे ते नाम जपे। पशुओं की तरह खावे, पशुओं की तरह सोवे। कोई गृहस्थी नहीं, तो पशु है। करतूत पशु की मानस जात, मनुख जाति दे लिए निजम है। वंड खाए और नाम जपोई, छूछ ना फिरे अभ्यागत जोई। जिहदे द्वारे ते लोड़वंद खाली ना मुड़ जाए। जे फटे हुए कपड़े वाला आ गया तो वह धर्म बनता, लै भी कपड़े लै। जे उहदे पेट भरन वास्ते उहदे कोल रोटी नहीं, लै भी तू रोटी लै, खाली ना मुड़ जाए। अगली बड़ी सुंदर गल कीती गृहस्थी वास्ते। ये एवें लावां करा लेनियां, गृहस्थी बन गई जी गृहस्थ। अज मैं कौन कहता इस तरह का गृहस्थ? इस तरह गृहस्थ पशुओं के कोल भी हैगा, पंछियों कोल भी है, कीड़े मकौड़ियां कोल भी है। वह भी संतान उत्पन्न कर लेंदे ने विषय के अधीन होके। मनुख ने कर ली, फिर की हो गया? मनुख ने सिੱਖਿਆ ही नहीं ये काम। जिहड़ा आश्रम सारिਆਂ तो बड़ा ਇਹਦੀ ਸਿੱਖਿਆ ही प्राप्त नहीं की। गुरु नानक के घर दे भंडारे भरे पे ने इसके। महाराज साहब ने फिर एक खूह का प्रमाण दिता। नीर कूप जो निकसत नाही, ठहरत गंदा होए तस्माई। जेड़े खूह का पानी खड़ा ही रहे, कहते खड़ा ही गंदा हो जाता है। निकसत रहे नीर ते ताहू, मिर्दल होए जानत सब काहू। कहते पानी वगदा रहे, पानी शुद्ध भी होएगा और घटेगा भी नहीं। खूह का प्रमाण दिता है। बहता पानी निर्मला, खड़ा कंदीला होया। रजबी एक महात्मा होया, तुरे जांदे जांदे थक गया, पानी की प्यास लगी। शरीर की रक्षा करने वास्ते ओखर प्यास से प्राणा नूं लगदी है। प्यास लगी, उन्हें देखा किते कोई साधन है नहीं सी उदों हिंदुस्तान च हजे। दूर ते देखा जांदियां जांदियां एक तूतां दी छां वाला खूह उहदे नज़र आया। वो सीधा उस पासे नूं गया। अगे जिमींदार लोग एक डोल नूं जंजीर बन के ना उत्थे रखदे सी, कोई राही आवे वो पानी तो प्यासा ना जावे मेरे खूह तो। उत्थे डोल पिया सी। महात्मा ने देखा भी चलो ठीक है भी प्रबंध हो गया पानी का, पर थोड़ा जिहा साह लईए। उन्हें पानी का फटाफट डोल कढ़िया। जदों पीण लग्या थू थू करके बाहर मारिया। उन्हें कहा ओहो बड़ी मुश्किल दे नाल पानी प्राप्त हो गया, वो भी गंदा पानी प्राप्त होया। मेरा शरीर बिगड़ जाएगा। हवा शुद्ध ना मिले शरीर नूं, शरीर रोगी हो जाता है। अन्न शुद्ध ना मिले, पानी शुद्ध ना मिले, इस तरह जे ख्याल शुद्ध ना मिलन तो आत्मा भी रोगी हो जाता है। कर इशनान सिमर प्रभु मंथन पे रोगा। तां क्या महाराज उन्हें क्या हो पछता। ये जिमींदार ने दूरों देख लिया। वो कहना महात्मा जी ठहरो, रुको, क्या है भाई? कहते प्यास लगी है। कहते हाँ प्यास लगी है। ते फिर पानी पीता नहीं, कहता भी गंदा है। वो कहता पानी का कसूर नहीं महात्मा जी, तेरा कसूर है। हद हो गई। खूह तेरे दा पानी गंदा ते कसूर मेरा कढ़दा। कहता हाँ लिया डोल मैनू फड़ा। तू हुणे दा पानी निर्मल कर देगा? मैं दुनिया च फिरन वाला विद्वान संत महात्मा, एक गृहस्थी मैनू चैलेंज कर रहा। कहते चलो। उन्हें मांझिया चंगी तरह एन सुख मांझ करके नाल ही दूसरा खूह सी उहदे विच डोल फरा दिता। उहदे च नहीं फराया। पानी कढ़िया, पीता ते निर्मल शुद्ध पानी आनंदित हो गया। कहंदा प्राण बच गए। वो कहंदा बई सरदार जी बई मैनू एक गल समझ नहीं आई। खूह तो नेड़े नेड़े ने दोने, जड़ुत खूह हुंदे सी, जौड़े खूह कहंदे सी उन्हां नूं। एक दा पानी इन्ना निर्मल ते एक दा पानी इन्ना गंदा क्यों है? वो कहंदे जी कारण है भी जिहड़े खूह दे विचों तुसीं पानी कढ़िया, एक बहुत सालां दा बंद पिया है खूह। इहदे च टुटे फुटे छित्तर बड़े हुए चूहे बिल्लियां कबूतर, ये तो गर्भ बनया हुआ है। इस करके इहदा पानी थोड़े ठीक रहा है, खड़ा है। दूसरा खूह हर रोज वगदा है। कहंदा भी एक गल दस सरदारा भी ओहदा पानी रोज कढ़दे मुकदा नहीं? कहंदा नहीं उन्ना ही होर आ जांदा है। बड़ी आश्चर्य वाल है। इस जिहड़ा ये खड़े खूह दे पानी दे बराबर रहिंदा कि नीवा हो जांदा? कहंदा ये तो निर्मल तो हो ही गया, पानी घटदा नहीं, ये तो जे वाधा नहीं घटदा भी नहीं। उन्हें चक्की कलम
कढ़िया कागज। कवि सी बहुत बड़ा ही महात्मा, अज भी गिरदार दे कवि दे इहदी कुंडली अज भी मशहूर। व्यंग जिथे कसदा ना सिरे ला के छड्डदा है। ये तंबाकू पीण वालियां नूं सुच्चा लुच्चा लिखदा है ते शराब पीण वालियां नूं उदों भी वड्डा लुच्चा लिखदा है। ਉਹਦੇ ਵਿੱਚ ਕੁੰਡਲੀਆ ਲਿਖਿਆ ਨੇ, ਕਹਿੰਦਾ ਲੁੱਚੇ ਹੁੱਕਾ ਪੀਂਦੇ ਫੀਮ ਅਧਰਮੀ ਖਾਏ, ਸੁੱਖਾ ਪੀਂਦੇ ਬਾਬਰੇ ਔਤ ਪੋਸਤੀ ਜਾਏ, ਔਤ ਪੋਸਤੀ ਜਾਏ ਚਰਸ ਕੇ ਪੀਵਨੋਂ ਹਾਰੇ, ਖੂੰ ਖੂੰ करके मरते महापापी हथियारे, कहे गिरधर कवरा इनमें एक ना सूचा, पीता है शराब गली में अहम कलुच्चा। ये ਉਹਦੇ प्रकरण बहुत बड़ा विद्वान है, ਇਹਨੂੰ पढ़िया है। ਜਿਹੜੇ विद्वान पढ़ते ਉਹ लाभ उठाते ने। उन्हें कलम चुकी, कलम चुक के कहंदा सरदार जी बह जा, हुण तू भी सिक्ख्या ले ले। कहंदा ये दो खूह नहीं, दो प्रकार दी गृहस्थी ने संसार विच। कहंदा जी ये तां यही, कहंदा मैनू पानी पियाउण दा तैनूं फिर ये दो प्रकार दी गृहस्थी ने। रजब अपना नां लिखदा, पहला सूत्र लिखा उन्हें उत्थे खूह ते बैठ के, कहंदा रजब काढे कूप जल, कूप खूह, रजब काढे कूप जल, कटे ना निर्मल नीर। पहला वही गल लिखी जिहड़ी देखी, रजब काढे कूप जल, कटे ना निर्मल नीर। ओ बिन काढे पानी सड़ा पीवे ना कोई वीर। गल तां सधारण जी सी। ਉਹ ਕਹਿੰਦਾ ਸਜਣਾ ਸਮਝ ਲੈ, ਗ੍ਰਸਥ ਇੱਕ ਖੂਹ ਹੈ, ਗ੍ਰਹਿ ਅੰਧਕੂਪ ਤੇ ਮਾਇਆ। ਜਿਹੜਾ ਪਦਾਰਥ ਦਾਨ ਕਰਦਾ ਉਹ ਵਗਦਾ ਖੂਹ ਹੈ, ਜਿਹੜਾ ਕਦੀ ਦਾਨ ਨਹੀਂ ਕਰਦਾ ਉਹਦਾ ਪਦਾਰਥ ਉੱਥੇ ਹੀ ਸੜ ਜਾਂਦਾ ਤੇ ਕਿਸੇ ਕੰਮ ਦਾ ਨਹੀਂ ਰਹਿੰਦਾ ਤੇ ਲੋਕਾਂ ਦੇ ਕੰਮ ਹੁੰਦਾ, ਉਹਦੇ ਨਾਲ ਪੁੰਨ ਨਹੀਂ ਵੱਧਦੇ। ਗ੍ਰਸਥੀ ਦਾ ਧਰਮ ਹੈ, ਗ੍ਰਸਥੀ ਗ੍ਰਸਥ ਮਾਤਾ ਧਰਮ ਦੇ ਵਿੱਚ ਪੱਕਾ ਰਹੇ। ਇਸ ਕਰਕੇ ਸਾਡੇ ਹਿੰਦੁਸਤਾਨ ਦੇ ਵਿੱਚ ਗ੍ਰਸਥੀ ਦਾ ਧਰਮ ਨੂੰ ਪੜ੍ਹਾਇਆ ਜਾਂਦਾ ਸੀ, ਔਰਤ ਦਾ ਧਰਮ ਪੜ੍ਹਾਇਆ ਜਾਂਦਾ ਸੀ, ਪਤੀ ਨੂੰ ਧਰਮ ਪੜ੍ਹਾਇਆ ਜਾਂਦਾ ਸੀ। ਮੈਂ ਹੈਰਾਨ ਆ ਵੀ ਕਾਗਜ਼ਾਂ ਦੇ ਉੱਤੇ ਰਹਿ ਗਈ ਸਾਡੀ ਸੱਭਿਅਤਾ। ਗੁਰੂ ਪਿਆਰਿਓ, ਇੱਕ ਚਿੱਤਰਕੇਤੂ ਰਾਜਾ ਹੋਇਆ, ਉਹਦੇ ਲੜਕਾ ਕੋਈ ਹੋਇਆ ਨਾ, ਇੱਕ ਲੜਕੀ ਜੰਮੀ ਸੀ, ਉਹਨੇ ਵਿਦਵਾਨ ਬਣਾਈ ਲੜਕੀ ਆਪਣੀ, ਉਹਦੇ ਤੇ ਜ਼ੋਰ ਲਾਤਾ, ਕਹਿੰਦਾ ਮੇਰਾ ਇਹੀ ਸਭ ਕੁਛ ਹੈ। ਇੱਕ ਦਿਨ ਉਹ ਲੜਕੀ ਕਹਿੰਦੀ, ਪਿਤਾ मैं इन्ना विद्या पढ़ी है, मैं तेरी प्रजा दे विच शांति लियाउण वास्ते तेरे नाल हथ वटाउणा चाहुंदी हां। कहा पुत्र ठीक है, तू मेरा पुत्र भी है पुत्री भी हाँ, जा क्या करेंगी? कहण लगी पिता जी मैं वो काम करांगी जिहड़ा तुसीं नहीं कर सकदे। वाह शेरा, मेरी संतान मेरे तो अगे होगी। कहंदी हाँ की करेंगी? कहंदी मैं तेरी प्रजा दे विच औरतां नूं पतिवर्ता धर्म पढ़ावांगी। थां थां जाके कैंप लाए, इतिहास है ये। ते ओहदा नां सी चंद्रप्रभा, जिहदी शोभा चंद्रमा वर्गी सी। थां थां कैंप लाने ते पति ब्याहियां अनविआहियां सारियां जाके उत्थे बीबियां ओहदे कोलों पतिवर्ता धर्म पढ़िया करदियां सन। एक दिन वो लैक्चर कर रही है, हुण दी बोली लैक्चर करांगे, सिक्ख्या दे रही है। एक नौजवान राजे दा पुत्र, उहने कहा भी चंद्रप्रभा दी धांग पई है दूर तक, ये बच्चियां नूं पढ़ाउंदी है, आखिर की पढ़ा रही है? ये मैं देखा तो सी की पढ़ाउंदी है। हुण राजे दी पाबंदी सी, फौज नाल हुंदी सी, कोई बंदा नहीं सी जा सकदा उहदी सभा विच, बिल्कुल नहीं सी जा सकदा। सिपाही आले दुआले खड़े रहिंदे सी। वो जिथे लैक्चर दिंदी सी उत्थे बड़े बड़े बिरछ खड़े सी। वो सिपाहियां नूं बाहर कहंदा है भी जे तू मैनूं थोड़ा जा तू मेरे कोलों धन लै लै, जो भी लैना, मैं बिरछ दे उत्ते खड़ के मैं देखना चाहुंदा, इहदा रंग रूप देखना चाहुंदा, इहदी सिੱਖਿਆ सुनना चाहुंदा की करदी है कुड़ी राजे दी धी। वो रिश्वत उत्थे चलदी है हिंदुस्तान तो, चढ़ाता दरख्त दे उत्ते। वो जदों अपना लैक्चर देण लगी, एक ब्याही हुई औरत उठ के खड़ी हो गई, कहण लगे हथ जोड़ के, उन्हें कहा कि क्यों रोनी? कहंदी जी हुणे हुण तुसीं एक अपने प्रचार दे विच कहा है भी पति कैसा भी हो, कोड़ी होवे, बेविचारी होवे, नशई होवे, बशई होवे, क्रोधी होवे, लोभी हो, जैसा भी मर्जी होवे, पर तुसीं अपना धर्म पालना। हुण मैचिंग करके देखो गुरमत दे नाल इस गल नूं। भाई गुरदास जी कहंदे जे पिर वाह कर हंडना, सत रखे नारे। गुरमत दे विच यही गल है। ये नहीं भी पति दी रीस करके आप भी बेविचार नहीं बन जाए।
ਉਹ ਕਹਿਣ ਲੱਗੀ ਵੀ ਆਪਣਾ ਤੂੰ ਆਪਣਾ ਧਰਮ ਪਾਲ, ਉਹ ਜਿਹਾ ਜਿਹਾ ਮਰਜ਼ੀ ਹੈ। ਕਹਿਣ ਲੱਗੀ ਹਜ਼ੂਰ ਤੁਹਾਨੂੰ ਹਾਲੇ ਗ੍ਰਸਤ ਦਾ ਪਤਾ ਨਹੀਂ, ਕਿਉਂਕਿ ਤੁਸੀਂ ਵਿਆਹੇ ਨਹੀਂ। ਖਿਮਾ ਕਰਨੀ, ਤੂੰ ਰਾਜੇ ਦੀ ਧੀ ਹੈ, ਮੈਂ ਜਵਾਨ ਮੇਰੀ ਛੋਟੀ ਹੈ ਤੇ ਗੱਲ ਵੱਡੀ। ਕਹਿਣ ਲੱਗੀ ਜਿੱਦਣ ਵਿਆਹੀ ਜਾਏਗੀ ਤੈਨੂੰ ਪਤਾ ਉਦਣ ਲੱਗੇਗਾ ਵੀ ਮਰਦ ਔਰਤ ਜਾਤੀ ਨਾਲ ਕਿੰਨੀ ਬੇਇਨਸਾਫੀ ਕਰਦਾ। ਮੇਰਾ ਪਤੀ ਐਸਾ ਹੈ, ਬੇਇਨਸਾਫੀ ਕਰਦਾ ਰੋਜ਼ ਮੇਰੇ, ਮੈਂ ਦੱਸ ਕੀ ਕਰਾਂ। ਕਹਿੰਦੀ ਤੂੰ ਆਪਣੇ ਧਰਮ ਦੀ ਪਾਲਣਾ ਕਰ। ਉਹ ਅੱਕੀ ਹੋਈ ਸੀ। ਕਹਿਣ ਲੱਗੀ ਹਜ਼ੂਰ ਚੰਦਰਪ੍ਰਭਾ ਰਾਜੇ ਦੀ ਧੀ ਹੈ ਤੇ ਰਾਜ ਤੈਨੂੰ ਹੀ ਮਿਲਣਾ। ਮੈਂ ਇੱਕ ਗੱਲ ਕਹਿਨੀ ਹੈ, ਜੇ ਕਿਤੇ ਮੇਰੇ ਵਰਗਾ ਪਤੀ ਤੈਨੂੰ ਮਿਲੇ ਨਾ, ਤੈਨੂੰ ਪਤਾ ਉਦਣ ਲੱਗੂਗਾ। ਉਹਨੇ ਭਰੀ ਸਭਾ ਚ ਕਹਿ ਦਿੱਤਾ। ਚੰਦਰਪ੍ਰਭਾ ਬੜੀ ਧੀਰ ਵਾਲੀ ਕਹਿਣ ਲੱਗੀ ਜੋ ਤੂੰ ਕਿਹਾ ਇਹਦੇ ਲਈ ਮੈਂ ਇੱਥੇ ਸਾਰੀ ਸੰਗਤ ਚ ਅਰਦਾਸ ਕਰਦੀ ਹਾਂ, ਹੇ ਈਸ਼ਵਰ, ਹੇ ਵਿਧਾਤਾ, ਮੈਨੂੰ ਇਹਦੇ ਨਾਲੋਂ ਮਾੜਾ ਪਤੀ ਮਿਲੇ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲਾਂ ਤੁਹਾਨੂੰ ਟੀਵੀ ਦੇ ਵਿੱਚ ਕਿੱਥੋਂ, ਜਿੱਥੇ ਮਿਲਣੀਆਂ ਉੱਥੇ ਆਉਂਦੇ ਨਹੀਂ ਲੋਕ। ਬੱਚੇ ਬੱਚੀਆਂ ਇਹ ਗੱਲਾਂ ਸੁਣਨ ਨੂੰ ਤਿਆਰ ਨੇ। ਉਹਨੇ ਹੱਦ ਹੋ ਗਈ। ਦੁਨੀਆ ਭਰ ਦੀਆਂ ਔਰਤਾਂ ਕਹਿੰਦੀਆਂ ਚੰਗਾ ਪਤੀ ਮਿਲੇ, ਤੇ ਕਹਿੰਦੀ ਕਰੂਰ, ਕ੍ਰੋਧੀ, ਕਾਮੀ ਮੈਨੂੰ ਐਸਾ ਮਿਲੇ, ਪਰ ਮੈਂ ਸਿੱਧਾ ਤੀਰ ਵਰਗਾ ਕਰਕੇ ਵਿਖਾਉਂਗੀ ਲੋਕਾਂ ਨੂੰ, ਸਮਾਜ ਨੂੰ, ਕਿ ਮਾੜੇ ਪਤੀ ਨੂੰ ਸਿੱਧਾ ਕਿਵੇਂ ਕਰਨਾ। ਔਰ ਝਗੜਾ ਇੱਕ ਦਿਨ ਵੀ ਨਹੀਂ ਹੋਣਾ। ਅਗਲੀ ਗੱਲ, ਝਗੜਾ ਇੱਕ ਦਿਨ ਵੀ ਨਹੀਂ। ਇਹ ਲਾਵਾਂ ਦੀ ਕਥਾ ਨੇ ਪਤਾ ਨਹੀਂ ਕੀ ਕੀ ਕਰਾਉਣਾ, ਕਿਉਂਕਿ ਇਹ ਗਿਆਨੀ ਜੀ ਨੇ ਉਹ ਬੈਨ ਖੋਲ ਦਿੱਤਾ ਨਾ, ਵੀ ਟਾਈਮ ਵੀ ਖੁੱਲਾ ਕਰ ਦਿੱਤਾ ਹੈ ਵੀ ਕੱਲ ਨੂੰ ਵੀ ਇਹੀ ਕਥਾ ਹੋਣੀ ਹੈ। ਇਸ ਕਰਕੇ ਮੈਂ ਅੱਜ ਆਹ ਗੱਲ ਆਪ ਜੀ ਨੂੰ ਸੁਣਾਉਣਾ। ਅੱਜ ਇੱਕ ਅਰਥ ਜ਼ਰੂਰ ਕਰਨੇ, ਉਹਦੇ ਲਈ ਹੈਗਾ ਟਾਈਮ। ਉਹ ਉੱਥੇ ਬੈਠਾ ਸੀ ਭਲਾ ਮਾਨਸ। ਉਹ ਕਹਿੰਦਾ ਵੀ ਹੇ ਈਸ਼ਵਰ, ਬਈ ਤੂੰ ਮੇਰੀ ਜੇ ਅਰਦਾਸ ਸੁਣ ਲਵੇਂ ਵੀ ਮੇਰਾ ਵਿਆਹ ਇਹਦੇ ਨਾਲ ਹੋ ਜਾਣਾ, ਬਈ ਕੁੱਟ ਕੁੱਟ ਕੇ ਸਿੱਧੀ ਕਰੂੰ। ਕਹਿੰਦਾ ਪਹਿਲੇ ਦਿਨ ਹੱਥ ਫੇਰੂ ਇਹਦੇ ਤੇ। ਕਹਿੰਦਾ ਜਿਹੜੀ ਇਹ ਚਾਂਵਲੀ ਕਹਿੰਦੀ ਆ ਨਾ, ਮੈਂ ਦੱਸੂ ਵੀ ਬੰਦਾ ਕਿਹਾ ਜਾ ਹੁੰਦਾ, ਪਰ ਵਿਆਹ ਹੋ ਜਾਏ ਇੱਕ ਵਾਰੀ ਤੇਰੇ ਨਾਲ। ਲਓ ਜੀ, ਕਹਾਣੀ ਨੂੰ ਖਤਮ ਕਰੀਏ। ਸੰਜੋਗ ਰਲੇ ਹੋਏ ਸੀ ਤੇ ਉਹ ਬੱਚੀ ਦਾ ਵਿਆਹ ਚੰਦਰਕੇਤੂ ਰਾਜੇ ਦੀ ਲੜਕੀ ਦਾ ਉਸ ਭਾਈ ਦੇ ਨਾਲ ਹੋ ਗਿਆ, ਜਿਹੜਾ ਬਿਰਛ ਦੇ ਖੜਾ ਇੱਕ ਦਿਨ ਸੁਣਦਾ ਸੀ। ਉਹ ਵਜ਼ੀਰ ਦੇ ਲੜਕੇ ਨੂੰ ਕਹਿੰਦਾ, ਉਹਦਾ ਹਾਣੀ ਸੀ, ਕਹਿੰਦਾ ਵੀ ਮੈਂ ਇੱਕ ਪਰਨ ਕੀਤਾ ਹੈ, ਔਰ ਇੱਕ ਪਰਨ ਉਹਨੇ ਕੀਤਾ ਹੈ। ਉਹਨੇ ਤਾਂ ਪਰਨ ਕੀਤਾ ਸੀ ਮੈਂ ਆਪਣੇ ਬਾਪ ਦੀ ਬੇਟੀ ਨਹੀਂ, ਜੇ ਐਸੇ ਪਤੀ ਦੇ ਨਾਲ ਕੱਟ ਕੇ ਨਾ ਸੰਸਾਰ ਨੂੰ ਦਿਖਾਇਆ। ਮੈਂ ਸਹੁੰ ਖਾ ਕੇ ਕਹਿ ਰਹੀ ਹਾਂ, ਮੈਂ ਆਪਣੇ ਪਿਤਾ ਦੀ ਨਹੀਂ ਹਰਾਮ ਦੀ ਹੋਵਾਂਗੀ ਜੇ ਇਹੋ ਜਿਹੇ ਕਰੂਰ ਦ੍ਰਿਸ਼ਟੀ ਪਤੀ ਨਾਲ ਨਾ ਕੱਟਿਆ। ਡਿਵੋਰਸ ਨਹੀਂ ਹੋਏਗਾ, ਤਲਾਕ ਨਹੀਂ ਹੋਏਗਾ ਸਾਡਾ। ਉਹ ਕਹਿੰਦਾ ਵੀ ਮੈਂ ਵੀ ਪਰਨ ਕੀਤਾ ਵੀ ਤੂੰ ਕਹਿੰਦੀ ਆ ਝਗੜੇ ਨੇ ਪਹਿਲੇ ਦਿਨ ਜੇ ਝਗੜਾ ਤੇਰੇ ਨਾਲ ਨਾ ਕੀਤਾ, ਤੇਰੇ ਥੱਪੜੇ ਨਾ ਲਾਏ, ਤੈਨੂੰ ਨਾ ਕੁੱਟਿਆ, ਮੈਂ ਆਪਣੇ ਬਾਪ ਦਾ ਨਹੀਂ, ਮੈਂ ਵੀ ਹਰਾਮ ਦਾ। ਲਓ ਜੀ, ਦੋਨਾਂ ਨੇ ਕਸਮ ਖਾ ਲਈ। ਦੇਖੋ ਕਿਹੋ ਜਿਹੇ ਬੰਦੇ ਨੇ ਇਹ ਜੇ। ਅਜੇ ਵਿਆਹ ਹੋਇਆ ਨਹੀਂ, ਕੁੱਟ ਕਟਈਆ ਝਗੜਾ ਪਹਿਲਾਂ ਹੀ ਸ਼ੁਰੂ ਹੋ ਗਿਆ। ਇਹ ਹੱਦ ਹੋ ਗਈ ਹੈ ਵੀ ਕਿਸ ਤਰ੍ਹਾਂ ਦਾ ਸਮਾਜ ਹੈ ਸਾਡਾ। ਵਿਆਹ ਹੋ ਗਿਆ ਜੀ। ਉਹ ਵਜ਼ੀਰ ਨੂੰ ਕਹਿੰਦਾ ਵੀ ਗੱਲ ਸੁਣ ਲੈ, ਪਹਿਲੇ ਦਿਨ ਦਾ ਹੀ ਪਰਨਾ, ਜੇ ਮੇਰਾ ਪੈਰ ਟੁੱਟ ਗਿਆ ਮੈਂ ਤਾਂ ਹਰਾਮ ਦਾ ਹੋ ਜੂ। ਉਹ ਕਹਿੰਦੇ ਇਹ ਕਿਹੜੀ ਗੱਲ ਹੈ ਸਰਕਾਰ, ਬਈ ਤੁਸੀਂ ਇਸ ਤਰ੍ਹਾਂ ਕਰੋ, ਜਦੋਂ ਵਿਆਹ ਕੇ ਆਉਂਦੇ ਹੋਗੇ ਨਾ ਰਸਤੇ ਦੇ ਵਿੱਚ ਹੀ ਬੀਬੀਆਂ ਬੜਾ ਸੰਗਦੀਆਂ, ਅੱਗੇ ਸੰਗਦੀਆਂ, ਹੁਣ ਕਿਹੜੀਆਂ ਸੰਗਦੀਆਂ ਬੀਬੀਆਂ, ਹੁਣ ਤਾਂ ਗੱਲ ਹੀ ਹੋਰ ਹੈ। ਤੇ ਉਹ ਸੰਗਦੀ ਨੇ ਤੇਰੇ ਆਖੇ ਨਹੀਂ ਲੱਗਣਾ, ਤੂੰ ਰਸਤੇ 'ਚ ਆਪਣਾ ਰਸ ਰੋਕ ਕੇ ਕਹੀਂ ਚੰਦਰਪ੍ਰਭਾ ਮੈਨੂੰ ਪਿਆਸ ਲੱਗੀ ਆ, ਜਾ ਖੂਹ ਤੇ ਪਾਣੀ ਭਰ ਕੇ ਲਿਆ ਕੇ ਆ। ਉਹ ਕਹੂਗੀ ਜੀ ਮੈਂ ਨਹੀਂ ਜਾ ਸਕਦੀ, ਮੇਰੀਆਂ ਦਾਸੀਆਂ ਨਾਲ ਨੂੰ ਹੋ ਜਾਣਗੀਆਂ, ਤੇ ਤੂੰ ਘਰ ਜਾਂਦੀ ਦੇ ਆਪਣਾ ਜਿਹੜਾ ਨਿਯਮ ਪੂਰਾ ਕਰ ਲਈ, ਡਿਵੋਰਸ ਹੁੰਦਾ ਹੋ ਜਾਵੇ, ਤੂੰ ਤਾਂ ਹਰਾਮ ਦਾ ਨਹੀਂ ਰਹੇਗਾ। ਕਹਿੰਦਾ ਜੀ ਠੀਕ ਹੈ। ਜਾਂਦਾ ਜਾਂਦਾ ਜਿਸ ਵੇ ਖੂਹ ਆ ਗਿਆ, ਕਿਤੇ ਉਹ ਰਸਵਾਈ ਨੂੰ ਕਹਿੰਦਾ ਰੋਕ, ਉਹਨੇ ਰੋਕ ਲਿਆ। ਚੰਦਰਪ੍ਰਭਾ ਜੀ ਹਜ਼ੂਰ, ਆਓ ਸਾਹਮਣੇ ਖੂਹ ਤੇ ਪਾਣੀ ਭਰ ਕੇ ਲੈ ਕੇ ਆ, ਮੈਨੂੰ ਪਿਆਸ ਲੱਗੀ। ਕਹਿੰਦੇ ਜੀ 7 ਵਜੇ ਪਾਣੀ ਭਰ ਕੇ ਲਿਆਈ। ਕਹਿਣ ਲੱਗੀ ਹੇ ਈਸ਼ਵਰ, ਮੈਂ ਤੇਰਾ ਸ਼ੁਕਰਾਨਾ ਕਰਦੀ ਹਾਂ
ਤੇ ਔਰਤਾਂ ਨੂੰ ਸਹੁਰੇ ਘਰ ਵਿੱਚ ਜਾ ਕੇ ਸੇਵਾ ਦਾ ਅਵਸਰ ਮਿਲਦਾ ਹੈ ਤੇ ਮੈਨੂੰ ਤਾਂ ਰਸਤੇ ਵਿੱਚ ਪਤੀ ਦੀ ਸੇਵਾ ਮਿਲ ਗਈ। ਇਹ ਕਮੀ ਖਰਾਬ ਹੋ ਗਿਆ। ਇਹ ਤਾਂ ਨਹੀਂ ਕੁੱਟ ਖਾਂਦੀ। ਉਹ ਵਜ਼ੀਰ ਦੇ ਲੜਕੇ ਨੂੰ ਕਹਿੰਦਾ ਉਹ ਮੈਂ ਮਾਰਿਆ ਗਿਆ, ਮੇਰਾ ਤਾਂ ਨਿਯਮ ਗਿਆ ਟੁੱਟ, ਹੁਣ ਗੱਲ ਹੈ ਇਹਦਾ ਵੀ ਟੁੱਟ ਜਾਵੇ, ਨਹੀਂ ਤਾਂ ਫਿਰ ਮੈਨੂੰ ਹੀਣ ਭਾਵਨਾ ਪ੍ਰਗਟ ਹੁੰਦੀ ਹੈ, ਹੁਣ ਇਹਦਾ ਨਿਯਮ ਤੋੜਨਾ। ਉਹ ਕਹਿੰਦਾ ਕੋਈ ਗੱਲ ਨਹੀਂ। ਇਹਦਾ ਉਪਾਅ ਇਹ ਹੈ ਵੀ ਆਲੂਆਂ ਦੀ ਜਿਹੜੀ ਸਬਜ਼ੀ ਹੈ, ਪੁਰਾਣੇ ਸਮੇਂ ਦੀ ਤਕਨੀਕ ਸੀ, ਹੁਣ ਕਿੱਥੇ ਬੀਬੀਆਂ ਇਹਨਾਂ ਗੱਲਾਂ ਦਾ ਪਤਾ ਹੈ। ਆਲੂਆਂ ਦੀ ਇੱਕ ਸਬਜ਼ੀ ਬਣਦੀ ਸੀ। ਉਹ ਕਹਿੰਦਾ ਵੀ ਆਲੂਆਂ ਦੀ ਸਬਜ਼ੀ ਬਣਦੀ ਹੈ 15 ਪ੍ਰਕਾਰ ਦੀ, ਵੀ ਤੂੰ ਇਸ ਤਰ੍ਹਾਂ ਕਰ ਇਹਨੂੰ ਕਿ ਵੀ ਆਲੂਆਂ ਦੀ ਸਬਜ਼ੀ ਬਣਾ, 2-4 ਕਿਸਮ ਦੀ ਬਣਾ ਲੂਗੇ, ਹੁਣ ਕਿ ਇਕੱਲੇ ਆਲੂ ਹੋਣ ਪਰ ਕਿਸਮ ਲਹਿਦਾ ਹੋਵੇ। ਤੂੰ ਐਂ ਕਰੀ ਮੈਂ ਤੇਰੇ ਨਾਲੇ ਬੈਠ ਜਾ ਰੋਟੀ ਖਾਵਾਂਗੇ, ਆਪਾਂ ਉਹ ਕਿਸਮ ਮੰਗਾਂਗੇ ਜਿਹੜੇ ਇਹਨੇ ਬਣਾਇਆ ਹੀ ਨਹੀਂ ਹੋਵੇ। ਤੇ ਫਿਰ ਇਹਦਾ ਨਿਯਮ ਤੋੜ ਦੀ ਝਗੜਾ ਕਰੀਏ ਉਸ ਵੇਲੇ ਵੀ, ਆਹ ਦੇਖ ਤੂੰ ਇਹ ਕੀ ਕੀਤਾ, ਤੈਨੂੰ ਤਾਂ ਰੋਟੀ ਨਹੀਂ ਬਣਾਉਣੀ ਆਉਂਦੀ। ਉਹਨੇ ਕਿਹਾ ਚੰਦਰ ਪ੍ਰਭਾ ਜੀ ਹਜ਼ੂਰ, ਕਹਿੰਦੇ ਸਬਜ਼ੀ ਬਣਾਓ ਆਲੂਆਂ ਦੀ, ਕਹਿੰਦੇ ਜੀ ਬਣ ਜਾਊਗੀ, ਕੋਈ ਬਾਤ ਨਹੀਂ। ਕਹਿੰਦੇ ਫਿਰ ਸਾਰੇ ਕਿਸਮਾਂ ਦੀ ਬਣਾ ਦੀ, ਕਹਿੰਦੇ ਜੀ ਬਣ ਜਾਊਗਾ। ਜਦੋਂ ਪਰੋਸਣ ਲੱਗੀ 25 ਕਿਸਮਾਂ ਆਲੂ ਦੀ ਸਬਜ਼ੀ ਦੀਆਂ ਬਣਾ ਕੇ, ਗ੍ਰੰਥ 'ਚ ਲਿਖਿਆ 25 ਕਿਸਮਾਂ ਬਣਾ ਕੇ ਉਹਨੂੰ ਵਰਤਾ ਦਿੱਤੀਆਂ। ਤੇ ਉਹ ਭੌਂਦੂ ਦੇਖਦਾ ਹੀ ਰਹਿ ਗਿਆ। ਉੱਠ ਕੇ ਕਹਿੰਦਾ ਚੰਦਰ ਪ੍ਰਭਾ ਮੈਂ ਤੇਰੇ ਅੱਗੇ ਹੱਥ ਜੋੜਦਾ ਤੇ ਜ਼ਿੰਦਗੀ ਭਰ ਤੇਰੇ ਨਾਲ ਕੋਈ ਝਗੜਾ ਨਹੀਂ ਕਰਾਂਗਾ। ਬਿਨਾਂ ਝਗੜੇ ਤੋਂ ਬਾਜੀ ਜਿੱਤ ਗਈ ਔਰਤ। ਤੇ ਅੱਜ ਕੀ ਹੈ? ਖਿਮਾ ਕਰਨੀ। ਇਸ ਕਾਨੂੰਨ ਨੇ ਸਾਡਾ ਧਰਮ ਜਿਹੜਾ ਹੈ ਨਾ, ਪੂਰੀ ਦੁਨੀਆ ਦੇ 'ਚ ਐਸਾ ਕਾਨੂੰਨ ਹੋ ਗਿਆ। ਮਲੇਰਕੋਟਲੀ ਅਦਾਲਤ 'ਚ ਕੇਸ ਚੱਲਿਆ, ਇਹਦੀ ਫਾਈਲ ਅੱਜ ਵੀ ਪਈ ਹੈ ਉੱਥੇ। ਦੋਨੇ ਵਕੀਲ ਸੀ ਜਿਹੜੇ ਹਾਈ ਕੋਰਟ ਦੇ ਜੱਜ ਬਣ ਗਏ ਸੀ ਬਾਅਦ ਦੇ ਵਿੱਚ। ਮੈਂ ਕਿਸੇ ਘਰਾਣੇ ਦਾ ਨਾਂ ਲਏ ਬਿਨਾਂ ਹੀ ਗੱਲ ਕਰਦਾ ਕਿਉਂਕਿ ਚੰਗਾ ਨਹੀਂ ਹੁੰਦਾ। ਦੋਨੇ ਮਾਸਟਰੀ ਦੋਨਾਂ ਦਾ ਝਗੜਾ ਪਿਆ ਤੇ ਮਾਸਟਰੀ ਨੇ ਕੇਸ ਕਰ ਦਿੱਤਾ ਮਲੇਰਕੋਟਲੀ ਅਦਾਲਤ। ਮੈਂ ਵੀ ਉੱਥੇ ਰਹਿੰਦਾ ਹੁੰਦਾ ਸੀ। ਉਹ ਕੇਸ ਕਰ ਦਿੱਤਾ। ਕੇਸ ਕੀ ਸੀ ਕਿ ਦੇਖੋ ਜੀ ਮੈਂ ਵੀ ਸਰਵਿਸ ਕਰਦੀ ਹਾਂ ਤੇ ਮੇਰਾ ਹਸਬੈਂਡ ਵੀ ਸਰਵਿਸ ਕਰਦਾ, ਨਿਆਣੇ ਦੋਨਾਂ ਦੇ ਸਾਂਝੇ। ਵੀ ਮੇਰੀ ਦਰਖਾਸਤ ਇਹ ਆ ਵੀ ਮੈਨੂੰ ਨਿਆਂ ਮਿਲਣਾ ਚਾਹੀਦਾ। ਜੱਜ ਨੇ ਪੁੱਛਿਆ ਬੀਬੀ ਕੀ ਨਿਆਂ ਚਾਹੀਦੀ ਹੈ? ਵਕੀਲਾਂ ਦੀ ਬਹਿਸ ਹੋਈ। ਕਹਿੰਦੀ ਨਿਆਂ ਇਹ ਹੋਣਾ ਚਾਹੀਦਾ ਮੇਰੀ ਤਾਂ ਤਨਖਾਹ ਮੇਰੇ ਘਰ ਵਾਲੇ ਨਾਲੋਂ ਜ਼ਿਆਦਾ ਹੈ, ਮੇਰੀ ਰਿਸਪੈਕਟ ਜ਼ਿਆਦਾ ਹੋਣੀ ਚਾਹੀਦੀ, ਮੈਂ ਧਨ ਜ਼ਿਆਦਾ ਕਮਾਉਣੀ ਹੈ। ਬਈ ਇੱਕ ਟਾਈਮ ਰੋਟੀ ਬੱਚਿਆਂ ਦੀ ਇਹ ਬਣਾਵੇ ਤੇ ਇੱਕ ਟਾਈਮ ਮੈਂ ਬਣਾਵਾਂ, ਬਸ ਫਿਰ ਸਾਡਾ ਕੋਈ ਝਗੜਾ। ਉਹਨੇ ਕਿਹਾ ਸਰਦਾਰ ਜੀ, ਉਹ ਕਹਿੰਦਾ ਜੀ ਮੈਨੂੰ ਰੋਟੀ ਨਹੀਂ ਪਕਾਉਣੀ ਆਉਂਦੀ। ਕਹਿੰਦੇ ਇਹ ਤਾਂ ਪਕਾਉਣੀ ਪੈਣੀ, ਉਹਨੂੰ ਕਾਨੂੰਨ ਦੇ ਅਨੁਸਾਰ ਚੱਲਣਾ। ਮੈਂ ਜੱਜ ਨੇ ਫੈਸਲਾ ਲਿਖ ਦਿੱਤਾ, ਇੱਕ ਟਾਈਮ ਰੋਟੀ ਬੀਬੀ ਬਣਾਏਗੀ ਤੇ ਇੱਕ ਟਾਈਮ ਸਰਦਾਰ ਜੀ ਤੁਸੀਂ ਬਣਾਓ। ਘਰ ਜਾ ਕੇ ਪਹਿਲੇ ਦਿਨ ਜਦੋਂ ਰੋਟੀ ਬਣਾਉਣ ਲੱਗਾ, ਅੱਗੇ ਚੁੱਲ੍ਹੇ ਹੁੰਦੇ ਸੀ, ਗੈਸ ਕਿੱਥੇ ਹੁੰਦੇ ਸੀ, ਹੁਣ ਦੀਆਂ ਸਹੂਲਤਾਂ। ਵਿਚਾਰਾ ਚੁੱਲ੍ਹਾ ਬਾਲੇ, ਚੁੱਲ੍ਹਾ ਨਾ ਬੜੇ, ਆਟਾ ਗੁੰਨੇ, ਉਹ ਨਾ ਉਹਨੂੰ, ਉਹ ਬੈਠੀ ਖਿੜਖਿੜ ਕਰਕੇ ਹੱਸੀ ਜਾ ਵੀ ਜਲੂਸ ਹੀ ਕੱਢਣਾ ਸੀ। ਹੁਣ ਤਾਂ ਨਿਆਣਿਆਂ ਦੇ ਸਾਹਮਣੇ ਜਲੀਲ ਕਰੀ ਜਾਏ। ਅਖੀਰ ਦੇ ਵਿੱਚ ਕਹਿੰਦਾ ਹੇ ਪਰਮਾਤਮਾ, ਇਹੋ ਜਿਹੇ ਵਿਆਹ ਨਾਲੋਂ ਤਾਂ ਮੈਂ ਛੜਾ ਹੀ ਚੰਗਾ ਸੀ, ਨਾ ਹੀ ਹੁੰਦਾ ਇਹਦੇ ਨਾਲੋਂ ਵਿਆਹ ਤਾਂ ਚੰਗਾ ਸੀ। ਹੌਕੇ ਲੈ ਕੇ ਕੀ ਹੋ ਰਿਹਾ ਹੈ? ਦੋਨੇ ਡਬਲ ਐਮਏ, ਪਤੀ ਪਤਨੀ ਦਾ ਝਗੜਾ ਕਿਹਾ। ਮੈਂ ਗਿਆ ਵਿੱਚ ਝਗੜਾ ਮਟਾਉਣ। ਮੈਂ ਕਿਹਾ ਬੀਬੀ ਤੂੰ ਕਦੇ ਲੋਈ ਦੀ ਗੱਲ ਸੁਣੀ ਹੈ? ਕਹਿੰਦੀ ਹਾਂ ਸੁਣੀ ਹੈ। ਮੈਂ ਕਿਹਾ ਲੋਈ ਬਣ ਜਾ। ਕਹਿੰਦੀ ਹੈਗਾ ਕਬੀਰ ਇਹ? ਮੈਨੂੰ ਕਹਿੰਦੇ ਲੋਈ ਬਣ ਜਾਏ ਕਬੀਰ? ਮੈਂ ਕਿਹਾ ਜੀ ਮੇਰੇ ਨਿਬੇੜਨ ਦਾ ਹੀ ਨਹੀਂ ਹੈ ਚੌੜਾ ਚੱਕਰ। ਕਹਿੰਦੀ ਗੱਲ ਸੁਣੋ ਬਾਬਾ ਜੀ, ਜੀ ਕਹਿਣਾ ਜੀ ਘਾਉਣਾ ਹੈ। ਮੈਂ ਕਿਹਾ ਜੀ ਠੀਕ ਹੈ। ਕੈਨੇਡਾ ਦੇ ਅੰਦਰ ਇੱਕ ਪਤਨੀ ਨੇ ਚਪੇੜ ਮਾਰ ਦਿੱਤੀ ਪਤੀ ਦੇ, ਬੋਲ ਨਹੀਂ ਸਕੀ। ਕਿਉਂ? ਕਹਿੰਦਾ ਕੱਚਾ ਹੈ ਅਜੇ ਮੈਂ, ਪਤਨੀ ਨੇ ਪੱਕਾ ਕਰਾਉਣਾ ਹੈ। ਖਾ ਚਪੇੜਾਂ, ਜ਼ਮੀਰ ਮਾਰ ਦਿੱਤੀ। ਨਾ ਪਤਨੀ ਨੂੰ ਪਤਾ ਧਰਮ ਦੇ ਤੇ ਨਾ ਪਤੀ ਨੂੰ ਪਤਾ ਕੀ ਹੋ ਕੀ ਰਿਹਾ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਉੱਥੇ ਬੱਚੀ ਨੂੰ ਇਹ ਕਿਹਾ ਵੀ ਇਹਦੀਆਂ ਲਾਵਾਂ ਜਿਹੜੀਆਂ ਨੂੰ ਗੁਰੂ ਸਾਹਿਬ ਕਹਿੰਦੇ ਹੇ ਪੁੱਤਰੀ, ਆਹ ਤੈਨੂੰ ਮੈਂ ਦੱਸਦਾ ਤੈਂ ਜੀਣਾ ਕਿਵੇਂ ਆ ਗ੍ਰਸਤੀ ਜੀਵਨ। ਹਾਂਜੀ ਹੁਣ ਬੋਲੋ। ਸੋਹੇ ਮਹੱਲਾ ਚੌਥਾ। ਸੂਹੀ ਰਾਗਣੀ ਦੇ ਅੰਦਰ ਚੌਥੇ ਪਾਤਸ਼ਾਹ ਉਸ ਬੱਚੀ ਨੂੰ ਉਪਦੇਸ਼ ਦੇਣ ਲੱਗੇ ਨੇ ਜਿਹਦਾ ਵਿਆਹ ਉਸ ਗਰੀਬ ਸਿੱਖ ਦੇ, ਦੋਨੇ ਘਰਾਣੇ ਗਰੀਬ ਹੀ ਸੀ। ਇਹ ਪਹਿਲਾ ਵਿਆਹ ਸੀ ਜਿਹਦੇ ਤੇ ਲਾਵਾਂ ਉਚਾਰਨ ਹੋਈਆਂ। ਇਹ ਪਹਿਲਾ ਵਿਆਹ ਸੀ ਜਿਹੜਾ ਗੁਰੂ ਰਾਮਦਾਸ ਜੀ ਨੇ ਆਪ ਸਿੱਖਿਆ ਦਿੱਤੀ, ਪੁੱਤਰੀ ਇਸ ਤਰੀਕੇ ਨਾਲ ਜੀਣਾ ਹੈ। ਸੀਲ ਸੰਜਮ ਪ੍ਰੈ ਆਗਿਆ ਮੰਨੈ,
तिस नारी को दुख न जमाना। कहो नानक जिन पिरो परमेश्वर कर जाने धन सती दरगाह पर बने। सड़ के मरन की लोड़ नहीं। तो इस करके महाराज साहब जी कहन लगे है जी हाँ जी चलो। हर पहलड़ी लाव प्रवृत्ते कर्म दृढ़ाया बलराम जियो। ते हुण पहली लाभ जिहड़ी है, लाभ दे कल अर्थ सुने सी ना अपने भी इहदे 4 अर्थ संप्रदाय कीते ने। पंजवां भाई कान सिंह ने कीता है महान कोश जे ओ कट्टण तो पा भी लाभ कट्टण दा नाम दा पेकियां कनी ते कट्टी गई जिवें फुल तोड़ के किसी दे गल च पा दईए, वो भी अर्थ सही है। लाभ दा अर्थ है प्रकर्मा, पहला अर्थ है अपने इष्ट दे दुआले जिहड़ा वो एक निजम सी भी प्रकर्मा करके निजम करना। जिवें सुग्रीव दी और राम जी दी जदों दोस्ती पक्की कीती है, अग वाल के हनुमान ने अग वाली उहदे दुआले वो एक चली आ रही है रीत। जिन्हां दे इष्ट अग सी उहदे दुआले, जिन्हां दा इष्ट परमात्मा है। भी प्रकर्मा दी एक बड़ी महत्ता है। प्रकर्मा पहली प्रकर्मा। और दूसरा अर्थ है इहदा सिक्ख्या। पहली प्रकर्मा दी पहली सिक्ख्या। ये 2 अर्थ लगणगे, अज 2 लगणगे कल। 2 अर्थ सारियां चारे लावां दे नाल लगदे जाणगे। पहली जिहड़ी प्रकर्मा और ओहदे नाल पहली सिक्ख्या, दूजी प्रकर्मा दूजी सिक्ख्या, तीजी प्रकर्मा तीजी सिक्ख्या, चौथी प्रकर्मा चौथी। हुण पहली जिहड़ी सिक्ख्या है, हर पहलड़ी लाभ, लाभ ते इहदा रुकना है। हर पहलड़ी लाभ 3 हिस्से बन गए जी पंक्तियां दे। हर पहलड़ी लाभ मैं बहुत सारे डागी सिंह आनंद कारज कराउंदे देखे सुने हैं। लावां दा पाठ भी नहीं सुध करते, उचारण भी सुध नहीं। जिहड़ा ग्रंथी सिंह लावां करदा हुंदा ओहनूं विश्राम दा ही नहीं पता लगदा भी कित्थे है। पाठ बोध विच 2 गल्लां दा ध्यान रखना हुंदा है, विश्राम कित्थे है, जमक कित्थे है, उचारण दा भेद जिहड़ा उह स्पष्ट करना है। हर पहलड़ी लाभ प्रवृत्ति कर्म, ये प्रवृत्ति कर्म दृढ़ाया बलराम जीओ। ये 3 हिस्से बन गए पंक्ति दे, एक विश्राम लग्या, एक जमक लग गई। हर पहलड़ी लाभ प्रवृत्ति कर्म दृढ़ाया बलराम जीओ। बलराम जीओ इकट्ठा, ये अलग अलग। प्रवृत्ति कर्म की है? प्रवृत्त हुंदा किसी काम दे विच लगना, प्रवेश होना। मारे कहंदे हे बच्ची तू गृहस्थ विच प्रवेश होण लगी। अर गृहस्थ दे कुछ कर्म कर्म धर्म नेम व्रत पूजा पार महमरन जान ना दूजा। ते तेरा एक कर्म बन गया, तू पति नूं परमेश्वर मनना है। ये प्रतीक उपासना है। तू पति दे जिन्ना भी कारोबार है, जो पदार्थ है, ओहदा एक भागीदार बन रही है। तैं संभालना है जाके घर नूं। प्रवृत्त होण लगी है। प्रवृत्ति कर्म तेनू पहला कर्म दृढ़ करवाया कि तू कर्म दे पक्की होनी चाहिए है। अमृत वेले उठना है, पति की सेवा करनी है, स्नान करना, उन्होंने खाना खुआ के बाद च खाना, ये कर्म दे पक्का रहना। हर पहली लाभ प्रवृत्ति कर्म दृढ़ाया बलराम जीओ। हर पहली लाभ प्रवृत्ति कर्म है जिहड़ा ओनू दृढ़ करवाया। ये गुरु रामदास जी ने बलराम जीओ कहते बलिहार जाइए उस राम जी ते। महाराज कहते जिन्हें तुहाडी जोड़ी बनाई है बच्चे मैं तुहानू आसीस देना, बलिहार जावां मैं उस तो। अगे दसदे हन जी बाणी बर्मा वेद धर्मो दृढ़ो दृढ़ो। हुण जिहड़ी बर्मा दी बाणी की है वेद, ਉਹਦੇ ਵਿੱਚ ਵੀ ਇਹ ਧਰਮ ਔਰਤ ਦਾ ਲਿਖਿਆ ਹੋਇਆ ਹੈ। ਮਹਾਰਾਜ ਕਹਿੰਦੇ ਕੋਈ ਇਹ ਨਾ ਕਹੇ ਵੀ ਮੈਂ ਆਪਣੇ ਕੋਲੋਂ ਕਹਿ ਰਿਹਾ, ਕਹਿੰਦੇ ਇਹ ਤਾਂ ਪੁਰਾਤਨ ਚੱਲਿਆ ਰਿਹਾ। ਇਸ ਕਰਕੇ ਬਾਣੀ ਬਰਮਾ ਵੇਦ ਧਰਮ ਦ੍ਰਿੜੋ, ਉਹਦੇ ਵਿੱਚ ਵੀ ਇਹ ਧਰਮ ਨਿਯਮ ਦਾ ਨਾਂ, ਇੱਥੇ ਨਿਯਮ ਅਰਥ ਇਹ ਲਾਉਣਾ ਹੈ। ਇਹ ਨਿਯਮ ਧਾਰਨ ਕਰ ਰਹੇ ਬੱਚੇ, ਇਹਦੇ ਨਾਲ ਕੀ ਹੋਏਗਾ? ਪਾਪ ਤਜਾਇਆ ਬਲਰਾਮ ਜੀਓ, ਪਾਪਾਂ ਤੋਂ ਮੁਕਤ रहेंगे। पति की सेवा तेरे जन्मां जन्मांतरां दे पाप धो देगी। निष्काम सेवा करनी है और पापां नूं छड्ड देना है। कदी पाप नहीं करना, जीव हिंसा नहीं करनी, पति का दिल दिखाउण दा पाप नहीं करना, सस का दिल दिखाउण दा पाप नहीं करना, सहुरे का दिल दिखाउण दा पाप नहीं करना, रिश्तेदारां दा, तेरे पति के रिश्तेदारां दा दिल नहीं दिखाउण, ये पाप कदी नहीं करना। इहनूं तज देना है जे
ਬਲਰਾਮ ਜੀਓ बल बलिहार जाइए राम जी तो जिसने ये सारी दुनिया साजी है जी। ਧਰਮ ਦ੍ਰਿੜੋ ਹਰ ਨਾਮ ਧਿਆਵੋ धर्म पति परता धर्म च पक्के रहना है ते नाम दा चिंतन करना है, नाम भी सिमरदे रहना है, वाहिगुरु ਨੂੰ ਚੇਤੇ ਰੱਖਣਾ ਹੈ। ਸਿਮਰਤ ਨਾਮ ਦ੍ਰਿੜਾਇਆ ਸਿਮਰਤੀਆਂ ਦੇ ਵਿੱਚ ਵੀ ਨਾਮ ਨੂੰ ਮੁੱਖ ਰੱਖਿਆ ਹੈ। ਸਤਿਗੁਰ ਗੁਰ ਪੂਰਾ ਆਰਾਧੋ ਗੁਰੂ ਨਾਨਕ ਸਾਹਿਬ ਜੀ ਸਤਿਗੁਰੂ ਪੂਰੇ ਨੂੰ ਉਹਨਾਂ ਦੁਆਰਾ ਆਰਾਧਨਾ ਕਰੋ ਔਰ ਆਪਣੇ ਪਤੀ ਨੂੰ ਸਿਮਰਤੀ ਵਿੱਚ ਲਿਆਓ। ਸਭ ਕਿਲ ਵਿਖ ਪਾਪ ਗਵਾਇਆ ਇਹ ਬੱਚੀ ਤੇਰੇ ਜਨਮਾਂ ਜਨਮਾਂਤਰਾਂ ਦੇ ਨਿਹਚੇ ਕਰਕੇ ਜਿਹੜੇ ਪਾਪ ਨੂੰ ਉਹਨੂੰ ਗਵਾ ਦੇਂਗੀ ਤੂੰ। ਸਹਿਜ ਆਨੰਦ ਹੋਆ ਵੱਡ ਭਾਗੀ ਸਹਿਜੇ ਤੈਨੂੰ ਆਨੰਦ ਸੋਤੇ ਸਿੱਧੀ ਗ੍ਰਸਤ ਦਾ ਆਨੰਦ ਪ੍ਰਾਪਤ ਰਹੇਗਾ, ਝਗੜਾ ਨਹੀਂ ਹੋਏਗਾ, ਸ਼ਾਂਤੀ ਬਣੀ ਰਹੇਗੀ। ਹਰ ਹਰ ਮੀਠਾ ਲਾਇਆ ਮਨ ਦੇ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਮਿੱਠਾ ਲੱਗਣਾ ਚਾਹੀਦਾ ਹੈ ਔਰ ਪਤੀ ਦੇ ਵਚਨਾਂ ਨੂੰ, ਪਤੀ ਦੀ ਸਿੱਖਿਆ ਨੂੰ ਇਹ ਮਿੱਠਾ ਕਰਕੇ ਮੰਨਣਾ। ਜਿਹੜਾ ਨਿਵਣ ਸੋ ਅੱਖਰ ਖਵਨ ਗੁਣ ਜਿਹਵਾ ਮਣੀਆਂ ਮੰਤ ਇਹ ਤਰ੍ਹਾਂ ਪੈਣੇ ਵੇਸ ਕਰ ਤਾਂ ਵਸ ਆਵੇ ਕੰਤ, ਕੰਤ ਵਸ ਆ ਜਾਏ ਤਾਂ ਵਸ ਆਵੀ ਕੰਤ। ਇਸ ਕਰਕੇ ਕਿਹਾ ਹੈ ਅੱਗੇ ਦੱਸਦੇ ਨੇ ਜਨ ਕਹਿ ਨਾਨਕ ਲਾਭ ਪਹਿਲੀ ਮਾਰੇ ਕਹਿੰਦੇ ਹੈ ਬੱਚੀ ਇਹ ਪਹਿਲੀ ਜਿਹੜੀ ਪ੍ਰਵਿਰਤੀ ਕਰਮ ਚ ਇਹਨੂੰ ਕਰਮ ਚ ਪ੍ਰਪਾਕ ਕੀਤਾ, ਇਹ ਪਹਿਲੀ ਪ੍ਰਕਰਮਾ ਤੇ ਪਹਿਲੀ ਸਿੱਖਿਆ ਸਮਝ ਮੇਰੀ। ਆਰੰਭ ਕਾਜ ਰਚਾਇਆ ਇਹ ਗ੍ਰਸਤੀ ਹੋਣ ਦਾ ਕਾਰਜ ਆਰੰਭ ਕੀਤਾ ਹੈ, ਇੱਕ ਲਾਮ ਕਰ ਦਿੱਤੀ ਹੈ ਤੇ ਕਾਰਜ ਆਰੰਭ ਹੋ ਗਿਆ ਹੈ। ਹਰ ਦੂਜਣੀ ਲਾਭ ਸਤਿਗੁਰ ਪੁਰਖ ਮਿਲਾਇਆ ਹੁਣ ਦੂਸਰੀ ਪ੍ਰਕਰਮਾ, ਦੂਸਰੀ ਸਿੱਖਿਆ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ। ਅਕਾਲ ਪੁਰਖ ਦਾ ਧੰਨਵਾਦ ਕਰਨਾ ਹੈ, ਪਰਮੇਸ਼ਰ ਤੂੰ ਮੈਨੂੰ ਪਤੀ ਦਾ ਮਿਲਾਪ ਕੀਤਾ ਹੈ, ਪਰਮੇਸ਼ਰ ਨੇ ਤੈਨੂੰ ਪਤੀ ਦਿੱਤਾ ਹੈ, ਉਹਦਾ ਧੰਨਵਾਦ ਕਰਨਾ। ਬਲਰਾਮ ਜੀਓ ਆਪਣੇ ਪਤੀ ਨੂੰ ਰਾਮ ਦਾ ਰੂਪ ਜਾਣ ਕੇ ਬਲਿਹਾਰ ਜਾਣਾ ਹੈ ਜੀ। ਨਿਰਭਉ ਪੈ ਮਨ ਹੋਏ ਤੇ ਫਿਰ ਹਾਂਜੀ ਨਿਰਭਉ ਪੈ ਮਨ ਹੋਏ, ਇਹ ਕੋਈ ਨਹੀਂ ਚੁੱਕਣਾ। ਭੈ ਮਨ ਹੋਏ ਇਹ ਅਨਵੇਂ ਰੀਤ ਦੇ ਅਨੁਸਾਰ ਅਰਥ ਹੈ। ਪਤੀ ਦਾ ਭੈ ਰੱਖਣਾ ਮਨ ਦੇ ਵਿੱਚ, ਕਦੇ ਵੀ ਨਿਰਭਉ ਡਰ ਤੋਂ ਰਹਿਤ ਹੀ ਹੋਣਾ। ਜਾਣੀ ਇਹ ਨਹੀਂ ਜਦੋਂ ਪਤੀ ਸਾਹਮਣੇ ਆ ਉਦੋਂ ਹੀ ਡਰਨਾ, ਜਦੋਂ ਪਤੀ ਹੈ ਨਹੀਂ ਆਖੇ ਮੇਰਾ ਮੀਆਂ ਘਰ ਨਹੀਂ ਤੇ ਮੈਨੂੰ ਕਿਸੇ ਦਾ ਡਰ ਨਹੀਂ, ਇਹ ਨਹੀਂ ਕਰਨਾ। ਇਸ ਪ੍ਰਕਾਰ ਇਹ ਹਰ ਵਕਤ ਪਤੀ ਦੇ ਭੈ ਵਿੱਚ ਰਹਿਣਾ ਹੈ। ਭੈ ਤੇ ਭਉ ਦੋ ਚੀਜ਼ਾਂ ਜਿਹੜੀ ਜ਼ਿੰਦਗੀ 'ਚ ਕਾਮਯਾਬ ਕਰਦੀਆਂ, ਸਿੱਖ ਨੂੰ ਵੀ ਤੇ ਪਤਨੀ ਨੂੰ ਵੀ। ਹਉਮੈ ਮੈਲ ਗਵਾਇਆ ਤੇ ਹਉਮੈ ਹੰਗਤਾ ਦੀ ਮੈਲ ਤੇਰੇ ਨੇੜੇ ਨਹੀਂ ਆਉਣੀ ਚਾਹੀਦੀ ਵੀ ਮੈਂ ਵੱਡੇ ਘਰ ਦੀ ਆ, ਮੈਂ ਸ਼ਾਹੂਕਾਰ ਨਹੀਂ ਆ, ਮੇਰੇ ਚ ਗੁਣ ਵੱਡਾ ਹੈ, ਮੈਂ ਪੜ੍ਹੀ ਹੋਈ ਜ਼ਿਆਦਾ ਆ ਪਤੀ ਤੋਂ। ਇਹ ਹਉਮੈ ਨਹੀਂ ਕਰਨੀ, ਪਤੀ ਦੇ ਅੱਗੇ ਨਹੀਂ ਕਰਨੀ, ਰੱਬ ਨੂੰ ਪ੍ਰਮਾਨ ਨਹੀਂ ਹੋਏਗਾ, ਇਹਨੂੰ ਗਵਾ ਦੇਣਾ ਹੈ ਹਉਮੈ ਨੂੰ। ਬਲਰਾਮ ਜੀਓ ਬਲਿਹਾਰ ਜਾਈਏ ਜੇ ਬੱਚੀ ਐਸਾ ਕਰ ਲਵੇਂ ਆਪਣੇ ਪਤੀ ਦੇ ਉੱਤੇ ਕੁਰਬਾਨ ਜਾਂਦੀ ਰਹਿਣਾ ਹੈ। ਨਿਰਮਲ ਭਉ ਪਾਇਆ ਤੇ ਹਾਂਜੀ ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਇੱਥੇ ਖੜਨਾ। ਨਿਰਮਲ ਭਉ ਪਾਇਆ, ਨਿਰਮਲ ਸੁੱਧ ਨੂੰ ਕਹਿੰਦੇ ਨੇ। ਕਹਿੰਦੇ ਇਹ ਸੁੱਧ ਡਰ ਹੈ ਕਿਹੜਾ? ਪਤੀ ਦੇ ਹੁੰਦਿਆਂ ਵੀ ਭੈ ਵਿੱਚ ਰਹਿਣਾ, ਪਤੀ ਦੇ ਗੈਰ ਹਾਜ਼ਰੀ 'ਚ ਉਦੋਂ ਵੀ ਜ਼ਿਆਦਾ ਡਰ ਕੇ ਰਹਿਣਾ, ਬੇਡਰ ਨਹੀਂ ਹੋਣਾ। ਇਹ ਨਿਰਮਲ ਭਉ ਹੈ। ਜਿਹੜਾ ਮਲੀਨ ਭਉ ਹੈ ਉਹ ਸਾਹਮਣੇ ਸਾਹਮਣੇ ਡਰਦੇ ਰਹਿਣਾ, ਬਾਅਦ ਦੇ ਵਿੱਚ ਫਿਰ ਬੇਡਰ ਹੋ ਜਾਣਾ, ਬੇਵਿਚਾਰ ਕਰਦੇ ਫਿਰਨਾ। ਉਹਨੂੰ ਭੈ ਤਾਂ ਹੈ ਕਿ ਵੀ ਪਤਾ ਨਾ ਕਿਸੇ ਨੂੰ ਲੱਗ ਜਾਏ, ਪਰ ਫਿਰ ਭਾਈ ਉਹ ਨਿਰਮਲ ਨਹੀਂ ਹੈ, ਅਸ਼ੁੱਧ ਹੋ ਗਿਆ। ਇਸ ਕਰਕੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਪਤੀ ਦੇ ਗੁਣ ਗਾਉਂਦੇ ਨੇ, ਪਤੀ ਦੀ ਕਦੇ ਨਿੰਦਿਆ ਨਹੀਂ ਕਰਨੀ। ਹਰ ਵੇਖੈ ਰਾਮ ਹਦੂਰੇ ਤੇ ਆਪਣੇ ਪਤੀ ਨੂੰ ਹਜ਼ੂਰ ਹਾਜ਼ਰ ਹਜ਼ੂਰ ਦੇਖਣਾ, ਪ੍ਰਮਾਤਮਾ ਦਾ ਰੂਪ ਹਰ ਦਾ ਸਮਝ ਕੇ। ਹਰਿ ਆਤਮ ਰਾਮ ਪਸਾਰਿਆ ਸੁਆਮੀ ਜੋ ਹਰੀ ਪ੍ਰਮਾਤਮਾ ਆਤਮਾ ਰੂਪ ਕਰਕੇ ਪਸਾਰਿਆ ਹੋਇਆ, ਸਾਰੀ ਜਗ੍ਹਾ ਫੈਲਿਆ ਹੋਇਆ ਹੈ। ਸਰਬ ਰਿਆ ਪਰ ਪੂਰੇ ਉਹ ਪਰਿਪੂਰਨ ਹੋ ਰਿਹਾ ਤੇ ਸਾਰੀ ਜਗ੍ਹਾ ਉਹਦਾ ਰੂਪ ਸਮਝਣਾ। ਸੁਆਮੀ ਮਾਲਕ ਆਪਣੇ ਪਤੀ ਨੂੰ ਕਿ ਉਹਦਾ ਰੂਪ ਹੈ। ਅੰਤਰ ਬਾਹਰ ਹਰ ਪ੍ਰਭ ਏਕੋ ਤੇ ਅੰਦਰ ਘਰ ਦੇ ਵਿੱਚ ਕੰਮ ਕਰਦੇ ਆ, ਬਾਹਰ ਜਾਂਦੇ ਆ ਜਿੱਥੇ ਪਤੀ ਨਾਲ ਨਹੀਂ ਹੈ, ਉਹ ਹਰ ਵਕਤ ਕੋਈ ਰਾਖੀ ਥੋੜੀ ਰੱਖ ਸਕਦਾ ਹੈ। ਉਹ ਆਪਣੇ ਪਤੀ ਨੂੰ ਅੰਗ ਸੰਗੀ ਸਮਝਣਾ ਹੈ, ਸ਼ਰਮ ਰੱਖਣੀ ਹੈ, ਕਦੇ ਕੋਈ ਮਾੜਾ ਕਰਮ ਨਹੀਂ ਕਰਨਾ, ਪ੍ਰਭੂ ਦਾ ਰੂਪ ਜਾਣਨਾ। ਮਿਲ ਹਰ ਜਨ ਮੰਗਲ ਗਾਏ ਫਿਰ ਆਪਣੇ ਪਤੀ ਦੇ ਨਾਲ ਮਿਲ ਕੇ ਰੱਬ ਦੇ ਗੁਣ ਗਾਉਣੇ, ਪਰਮਾਤਮਾ ਦਾ ਜਸ ਵੀ ਕਰਨਾ ਹੈ। ਮੰਗਲ ਖੁਸ਼ੀ ਦੇ ਜਿਹੜਾ ਮੰਗਲ
खुश रहना ते रब दे संगीत जिहड़े ने, जे राग विद्या है, जे वैसे भी परमात्मा दा जस करना। जन नानक दूजे लाभ चलाई। महाराज कहंदे जो दूजी परिक्रमा कीती है, समाप्त होण लगी है, दूसरी सिक्ख्या जिहड़ी है ते इह सिक्ख्या दे विच चल के तेरी मत आ जानी चाहिदी है। अनहद शब्द वजाए। फिर बचिए खुशी दे बाजे बजणगे। बाहर दे बाजे तां 2 दिन बज गए ते उस तो बाद पता नहीं की हो जाना है। ये खुशी दे बाजे बजणगे। फिर हर तीजड़ी लाव मन चौपिया। ते हुण तीसरी परिक्रमा ते तीसरी लाभ सिक्ख्या, ये दो अर्थ होने लगे, 2 कल नूं लगणगे। ये तीसरी परिक्रमा दे नाल तीसरी सिक्ख्या, तेरे मन दे विच चौ उत्साह हो जाना चाहिए। तो इस करके हर वेले एवें गमगीन नहीं रहना, पति नूं दुख नहीं देना, ते खुश रहना ते खुश रखना पति नूं। आप भी खुश रहो ते पति नूं भी खुश रखो। बैरागिया बलराम जियो। ते मापियां वालों फिर थोड़ा जा वो त्याग विरती रखनी है। ये नहीं भी पति की कमाई पेकियां कनी ढोई जानी है, ऐसा करोगे फिर झगड़ा होएगा। उधरों बैराग धारण करना, जानी बैराग का अर्थ ही त्याग होता है। ते इस करके उधरों ये बैरागे जिथे जम्मी पली किते किते उपरामता दा आउंदी है। ते इस करके विराग धारण करना। संत जना हर मेल। फिर साधु जना की संगत करनी, नास्तिक नहीं बनना, पति नूं भी संगत कराउणी। जिवें तारा राणी सी जिहड़ी अपने पति हरिचंद नूं भी सतसंगी नहीं सी बनाता, सुख राजे हरिचंद कर सार नार तो तारा लोचन राणी। तो इस करके साध संगत जी संत जना हर मेल, संत जना दे मेल दे विच रहना, उत्थे की हर पाया, वाहिगुरु की प्राप्ति हो जाएगी जोड़ी नूं। गुण भागिया बलराम जियो। बड़े भागां वालियां ने जिन्हां नूं इस तरह के गुण मिल जाण, बलिहार जाइए उस वाहिगुरु परमेश्वर तो। निर्मल हर पाया हर गुण गाया। ते निर्मल हरि परमेश्वर वाहिगुरु नूं पाया, वाहिगुरु दे गुण गाए। मुख बोली हर बाणी। मुख तो जिहड़े बचन बोलने हैं वो मिठे बोलने हैं, प्यार दे बोलने हैं, खड़वा वचन नहीं पति नूं कदे बोलना। प्रीति दा टुटना ते प्रीति दा गंढे जाना गुरबाणी दे विच 2 शब्दां दे विच मुका दित्ती गल। टूट प्रीत गई बुर बोल, बुरे बोलन दे नाल प्रीति टुटदी है। गंढ प्रीति मिठे बोल, मिठा बोलोगे ओदे नाल टूटी हुई प्रीति जुड़ जाती है। ये नुकता दसिया महाराज ने। संत जना वड भागी पाया। बड़े भागां वालियां ने महात्मा दी संगत चों सिक्ख्या पाई है जोड़ी ने। हर कथिया कथ कहानी। ये अकथ वाहिगुरु दी कहानी है, जिन्हें संसार रचिया है। वो कथनी दा विषय तो है नहीं, पर लखना विरती द्वारा कथी जाती है। ते इस करके फिर वो शक्ति विरती करके नहीं वो कथी जाती। हिरदे हर 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 तुन उपजी। हिरदे दे विच ते हरि परमेश्वर वाहिगुरु दा स्वरूप आपां हरि परमात्मा दी ये धुन पैदा होनी चाहिए है। सत्कार दी धुन होनी चाहिए है, प्यार दी धुन पैदा होनी चाहिए है। हर जपिए मस्तक भाग जियो। महाराज कहते गुरु रामदास जी बचिए जे बड़े भाग तां जपिया कर। गृहस्थी दा धर्म यही है। इस करके नाम दा जपना, नाम नूं नहीं भुलाउणा कदे भी काम कार करदिआं। जन नानक बोले तीजी लावे। महाराज साहब जी गुरु रामदास साहब जी तीसरी परिक्रमा करवाई बच्ची नूं ते तीसरी सिक्ख्या बोले हन। हर उपजै मन बैराग जियो। संसार वालों उपराम होके कि एक दिन सब कुछ छड़ के चले जाना है, बंदगी करते रहना, ये तीसरी लाम दी सिक्ख्या दित्ती। हर चौथड़ी ला मन सहज पिया। हुण चौथड़ी यानी चौथी परिक्रमा ते चौथी सिक्ख्या। हर चौथड़ी लाभ मन सहज पिया, सहज शांति आएगी। और तेरे तुहाडे मन दे विच विवेक बुद्ध होनी चाहिए, ज्ञान प्राप्त पिया होएगा। हर पाया बलराम जियो। हरि परमात्मा दा स्वरूप तैं पति पा लिया है बच्चिए। गुरमुख मिलिया सुभाए। तेरा पति बड़ा गुरमुख है, ये गुरसिख घराणे दे विचों है। इहदे माता पिता साडे सेवक न, गुरु नानक दे घर नूं मनण वाले न।
ਗੁਰਮੁਖ ਮਿਲਿਆ ਸੁਭਾਏ ਤੈਨੂੰ, ਸੁਭਾਵ ਕਰਮਾਂ ਅਨੁਸਾਰ ਮਿਲਿਆ। ਹਰ ਮਨ ਤਨ ਮੀਠਾ ਲਾਇਆ, ਤੇ ਆਪਣੇ ਮਨ ਤੇ ਤਨ ਦੇ ਨਾਲ ਪਿਆਰ ਰੱਖਣਾ ਹੈ ਆਪਣੇ ਪਤੀ ਦੇ ਨਾਲ। ਬਲਰਾਮ ਜੀਓ ਬਲਿਹਾਰ ਜਾਈਏ ਉਸ ਰਾਮ ਤੋਂ ਜਿਹਨੇ ਸੰਸਾਰ ਸਾਜਿਆ ਹੈ। ਮੀਠਾ ਲਾਇਆ ਮੇਰੇ ਪ੍ਰਭ ਪਾਇਆ, ਜੇ ਤੂੰ ਪਤੀ ਦੇ ਨਾਲ ਮਿੱਠਾ ਬੋਲ ਬੋਲੇਂਗੀ, ਗੁਰੂ ਨਾਮਦਾਸ ਕਹਿੰਦੇ ਮੇਰੇ ਪ੍ਰਭੂ ਨੂੰ ਪਾ ਜਾਏਂਗੀ, ਚੰਗੀ ਲੱਗੇਗੀ, ਤੈਨੂੰ ਮੁਕਤ ਕਰ ਦੇਗਾ ਪਰਮੇਸ਼ਰ। ਆਂਦਨ ਹਰ ਲਿਵ ਲਾਈ, ਰਾਤ ਦਿਨ ਨਾਮ ਦੇ ਵਿੱਚ ਵੀ ਬਿਰਤੀ ਲਾ ਕੇ ਰੱਖਣੀ ਹੈ। ਮਨ ਚਿੰਦਿਆ ਫਲ ਪਾਇਆ ਸੁਆਮੀ, ਮਨ ਦੇ ਵਿੱਚ ਜੋ ਇੱਛਾ ਸੀ ਕਿ ਮੈਨੂੰ ਪਤੀ ਮਿਲ ਜਾਏ, ਤੈਨੂੰ ਮਨ ਵਾਂਛਤ ਸੁਆਮੀ ਮਾਲਕ ਪਰਮਾਤਮਾ ਦੇ ਰੂਪ ਤੈਨੂੰ ਪਤੀ ਮਿਲ ਗਿਆ ਹੈ, ਤੇਰਾ ਸੁਆਮੀ ਹੈ। ਬਹੁਤ ਸਾਰੇ ਘਰਾਣਿਆਂ ਦੇ ਵਿੱਚ ਪਤੀ ਨੂੰ ਸੁਆਮੀ ਜੀ ਇਹ ਸ਼ਬਦ ਬੋਲਦੀ ਹੈ। ਤੇ ਇਸ ਕਰਕੇ ਕਿ ਤੈਨੂੰ ਇਹ ਪਤੀ ਨੂੰ ਸੁਆਮੀ ਮਾਲਕ ਸਮਝਣਾ। ਜੇ ਹਰ ਨਾਮ ਵਜੀ ਵਧਾਈ, ਹਰੀ ਪਰਮੇਸ਼ਰ ਦੇ ਨਾਮ ਦੀ ਵਧਾਈ, ਨਾਮ ਵੱਜੀ ਨਾਮ ਪ੍ਰਗਟ ਹੋਣ ਦਾ ਹੈ। ਫਿਰ ਜਸ ਤੁਹਾਨੂੰ ਇਹ ਲੋਕ ਦੇ ਵਿੱਚ ਵੀ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ, ਇੱਥੇ ਵੀ ਗ੍ਰਸਤੀਆਂ ਦੀ ਉਸਤਤ ਤੇ ਪ੍ਰਲੋਕ ਵਿੱਚ ਵੀ ਹੋਏਗੀ। ਹਰ ਪ੍ਰਭੂ ਠਾਕੁਰ ਕਾਜ ਰਚਾਇਆ, ਤੇ ਕਹਿਣ ਲੱਗੇ ਮਹਾਰਾਜ ਬੜੀ ਕਿਰਪਾ ਕੀਤੀ। ਗਰੀਬ ਸਿੱਖ ਜੀ ਹੱਥ ਬੰਨ ਕੇ ਮਹਾਰਾਜ ਤੁਸੀਂ ਕਹਿੰਦੇ ਮੈਂ ਨਹੀਂ ਕਾਰਜ ਕਰਾਇਆ, ਹਰ ਪ੍ਰਭੂ ਠਾਕੁਰ ਕਾਜ ਰਚਾਇਆ, ਇਹ ਗੁਰੂ ਨਾਨਕ ਨੇ ਕਾਜ ਰਚਾਇਆ ਹੈ। ਮੈਂ ਤਾਂ ਸਿੱਖਿਆ ਦੇਣ ਲੱਗਿਆ ਸੀ ਬਰਮ ਗਿਆਨ ਦੀ, ਤੇ ਤੁਸੀਂ ਆ ਕੇ ਕਿਹਾ ਮੇਰੀ ਲੜਕੀ ਦੇ ਉਹ ਪੈਸੇ ਮੰਗਦਾ ਫੇਰਿਆਂ ਦੇ, ਉੱਥੇ ਹੀ ਚੱਲ ਪੀਣਾ। ਦੋਨਾਂ ਧਿਰਾਂ ਨੂੰ ਸਿੱਖਿਆ ਦਿੱਤੀ ਹੈ। ਤਨ ਹਿਰਦੈ ਨਾਮ ਵਿਗਾਸੀ, ਹਰ ਪ੍ਰਭੂ ਠਾਕੁਰ ਕਾਜ ਰਚਾਇਆ, ਇਹ ਕਾਰਜ ਜਿਹੜਾ ਵਿਆਹ ਦਾ ਹੈ ਇਹ ਵਾਹਿਗੁਰੂ ਨੇ ਸੰਜੋਗ ਵਿਜੋਗ ਤੁਰੋਂ ਹੀ ਹੋਊਗਾ। ਇਹ ਧੁਰਾਂ ਤੋਂ ਹੈ ਸੰਜੋਗ, ਕਿਹਦੀ ਪਤਲੀ ਬਣਨੀ ਹੈ, ਕਿਹਨੇ ਪਤੀ ਬਣਨਾ ਹੈ, ਕਿਹੜੇ ਬੱਚੇ ਆਉਣੇ ਨੇ, ਕਿਹੜੇ ਮਾਂ ਪਿਓ ਬਣੇ, ਇਹ ਧੁਰਾਂ ਦਾ ਸੰਜੋਗ ਹੈ। ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ, ਇਹ ਪ੍ਰਭੂ ਨੇ ਕਾਜ ਰਚਾਇਆ ਗ੍ਰਸਤ ਦਾ। ਤਨ ਹਿਰਦੈ ਨਾਮ ਵਿਗਾਸੇ, ਧਨ ਨਾਮ ਇਸਤਰੀ ਦਾ ਹੈ, ਉਹ ਹਿਰਦੇ ਦੇ ਵਿੱਚ ਵਿਗਾਸ ਖੇੜਾ ਹੈ, ਉਹਦੇ ਹਿਰਦੇ 'ਚ ਖੇੜਾ ਆ ਜਾਂਦਾ ਜਿਹੜਾ ਆਪ ਵੀ ਖੁਸ਼ ਹੈ ਤੇ ਪਤੀ ਵੀ ਖੁਸ਼ ਰਹਿਣਾ ਉਹਨਾਂ ਨੇ ਦੋਨਾਂ ਤਰ੍ਹਾਂ ਨੇ। ਇਹ ਗ੍ਰਸਤ ਸਫਲਾ ਹੈ। ਜਨ ਨਾਨਕ ਬੋਲੇ ਚੌਥੀ ਲਾਵੇ, ਮਹਾਰਾਜ ਸਾਹਿਬ ਜੀ ਹੁਣ ਵਿਆਹ ਦੀ ਪ੍ਰਕਿਰਿਆ ਸਮਾਪਤ ਕਰਨ ਲੱਗੇ ਹੈ। ਜਨ ਦਾਸ ਕਹਿੰਦੇ ਨੇ ਆਪਣੇ ਆਪ ਨੂੰ, ਜਨ ਨਾਨਕ ਗੁਰੂ ਰਾਮਦਾਸ ਮਹਾਰਾਜ ਗੱਦੀਬਾਦ ਸ਼ਬਦ ਹੈ ਨਾਨਕ। ਜਨ ਨਾਨਕ ਬੋਲੇ ਚੌਥੀ ਲਾਵੇ, ਚੌਥੀ ਪ੍ਰਕਰਮਾਂ ਦੇ ਵਿੱਚ ਚੌਥੀ ਸਿੱਖਿਆ ਤੇ ਮਹਾਰਾਜ ਕਹਿੰਦੇ ਮੈਂ ਇਹ ਬੋਲਿਆ ਹੈ। ਹਰ ਪਾਇਆ ਪ੍ਰਭ ਅਵਨਾਸੀ, ਤੇ ਨਾਸ ਤੋਂ ਰਹਿਤ ਪਰਮਾਤਮਾ ਨੇ ਤੈਨੂੰ ਪਤੀ ਦੇ ਦਿੱਤਾ ਹੈ, ਤੇ ਇਹਨੂੰ ਰੱਬ ਦਾ ਰੂਪ ਸਮਝ ਕੇ ਆਪਣੇ ਗ੍ਰਸਤ ਨੂੰ ਸਫਲਾ ਕਰੋ। ਸਮਾਜ ਦੀ ਵੱਡੀ ਜ਼ਿੰਮੇਵਾਰੀ ਹੈ, ਨੇਕ ਸੰਤਾਨ ਪੈਦਾ ਕਰੋ ਤੇ ਤਾਂ ਕਿ ਸਮਾਜ ਦੇ ਵਿੱਚ ਸਮਾਜ ਦਾ ਵੀ ਭਲਾ ਹੋਵੇ। ਇਹ ਬਾਹਜ ਅਰਥ ਸੀ, ਕੱਲ ਨੂੰ ਬ੍ਰਹਮ ਗਿਆਨ ਵਾਲਾ ਅੰਤਰੀਵ ਅਰਥ ਕੱਲ ਸ਼ੁਰੂ ਹੋਏਗਾ। ਉਹਦੇ ਲਈ ਥੋੜੀ ਜਿਹੀ ਹੋਰ ਵੀ ਜ਼ਿਆਦਾ ਇਕਾਗਰਤਾ ਦੀ ਲੋੜ ਪੈਗੀ, ਕਿਉਂਕਿ ਅਰਥ ਬੜਾ ਗਹਿਰਾ ਹੈ। ਆਓ ਗੁਰੂ ਕਿਰਪਾ ਕਰੇ ਉਹਦੇ ਵਿੱਚ ਫਿਰ ਭੂਮਿਕਾ ਚੱਲਣਗੀਆਂ, ਭੂਮਿਕਾ ਤੇ ਲਗਨ, ਦੋ ਅਰਥ ਕੱਲ ਨੂੰ ਹਰੇਕ ਕਲਾਮ ਦੇ ਨਾਲ ਭੂਮਿਕਾ ਲਗਨ ਚੱਲਦੀ ਹੈ। ਗੁਰੂ ਕਿਰਪਾ ਕਰੇ। ਆਓ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਣੀ। ਹਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੇ, ਹਰ ਪਾਇਆ ਪ੍ਰਭ ਅਵਨਾਸੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧ ਕੂਪ ਮਹਾ ਭਿਆਨ ਨਾਨਕ ਪਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨੇ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਹਾਰ। ਸਾਧ ਸੰਗੀ ਇਸੇ ਤਰ੍ਹਾਂ ਜੁੜੇ ਰਹੋ। ਦੇਵਤਾ ਵਰਗੇ ਸ਼ਕਲਾਂ ਦਾ ਜਥਾ ਤੁਹਾਡੇ ਸਾਹਮਣੇ ਹੈ। ਬਾਣੀ ਤੇ ਬਾਣੇ ਦੇ ਵਿੱਚ ਕੜੋਚਨ, ਬਹੁਤ ਸੁੰਦਰ ਕੀਰਤਨ ਵੀ ਹੈ, ਔਰ ਮਹਾਰਾਜ ਸਾਹਿਬ ਨੇ ਸ਼ਬਦਾਂ ਦੀ ਅਦਾਇਗੀ ਵੀ ਬੜੀ ਸੁੰਦਰ ਇਹਨਾਂ ਨੂੰ ਬਖਸ਼ੀ ਹੈ। ਸੁਣਨਾ ਕਰੋ। ਸਾਡੀ ਤਾਂ ਇਹ ਮਜਬੂਰੀ ਹੁੰਦੀ ਹੈ, ਭਾਈ ਸਾਹਿਬ ਨੇ ਜਾ ਕੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹ ਜਾ ਕੇ ਸੁਖਾਸਨ ਕਰਨਾ ਹੈ, ਰਹਿ ਰਾਸ ਕਰਨੀ ਹੁੰਦੀ ਹੈ, ਇਹਦੇ ਨਾਲ ਮੈਨੂੰ ਜਾਣਾ ਪੈਂਦਾ ਹੈ, ਕਿਉਂਕਿ ਗੱਡੀ 'ਚ ਇਹੀ ਲਿਆ ਕੇ ਆਉਂਦੇ ਆ। ਗੁਰੂ ਕਿਰਪਾ ਕਰੇ।
ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਕੱਲ ਨੂੰ ਫਿਰ ਸਮੇਂ ਸਿਰ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ।